ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਅੱਜ ਦਾ ਵੀਰਵਾਰ ਦਾ ਟਰੱਕਿੰਗ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲ ਦੀ ਨਾਲ ਬੇ ਏਰੀਏ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੇਡੀਓ ਸਟੇਸ਼ਨ ਆ, ਉਹ ਤੇ ਤੁਸੀਂ ਪਹਿਲੀ ਵਾਰੀ ਅਪਡੇਟ ਟਰੱਕਿੰਗ ਪ੍ਰੋਗਰਾਮ ਸੁਣ ਰਹੇ ਆ। ਸਾਰਿਆਂ ਨੂੰ ਜੀ ਆਇਆਂ ਨੂੰ, ਖਾਸ ਕਰਕੇ ਬੇ ਏਰੀਏ ਵਾਲੇ। ਤੇ ਅੱਜ ਫਰਵਰੀ ਦੀ 2 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਬਿਲਕੁਲ ਜੀ। 1170 AM ਬੇ ਏਰੀਏ ਦੇ ਵਿੱਚ, ਪੂਰੇ ਬੇ ਏਰੀਏ ਦੇ ਵਿੱਚ ਤੁਸੀਂ ਜਿਹੜਾ ਇਸ ਨੂੰ ਸੁਣ ਸਕਦੇ ਆ। ਨਾਲ ਦੇ ਨਾਲ ਹਾਈਵੇ 1 ਤੱਕ, ਵਾਟਸਨਵਿਲ, ਇਹਨਾਂ ਇਲਾਕਿਆਂ ਦੇ ਵਿੱਚ ਅੱਗੇ ਤੱਕ ਜਾ ਕੇ ਵੀ ਤੁਸੀਂ 1170 AM ਦੇ ਉੱਤੇ ਪੰਜਾਬੀ ਰੇਡੀਓ USA ਨੂੰ ਹੁਣ ਸੁਣ ਸਕਦੇ ਆ। ਤੇ ਗੱਲਬਾਤ ਜਿਹੜੀ ਟਰੱਕਿੰਗ ਦੇ ਨਾਲ ਸੰਬੰਧਿਤ ਆਪਾਂ ਕਰਾਂਗੇ ਰਮਨ ਜੀ ਦੇ ਨਾਲ। ਰਮਨ ਜੀ ਆਪਣੇ ਨਾਲ ਜੁੜ ਚੁੱਕੇ ਨੇ। ਰਮਨ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣ ਰਹੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਕਾਲ ਕਰੋ 408 272 2500। ਪੂਰੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਹਨ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੱਧੂ ਗੁਰਮੇਲ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟਸ, ਸ਼ੌਕ, ਡਰਮਸ ਤੇ ਹੋਰ ਬਹੁਤ ਸਾਰੇ ਪਾਰਟਸ ਜਿਹੜੇ ਟਰੱਕ ਟ੍ਰੇਲਰ ਦੇ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਆ। ਆਫਟਰ ਮਾਰਕੀਟ ਤੇ ਹਾਈ ਕੁਆਲਿਟੀ OEM ਮਾਰਕੀਟ ਜਿਹੜੇ ਪਾਰਟਸ ਆ, ਉਹ ਵੀ ਇਹਨਾਂ ਦੇ ਕੋਲ ਉਪਲਬਧ ਨੇ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ। ਆਪਾਂ ਕੁਝ ਖਬਰਾਂ ਸਾਂਝੀਆਂ ਕਰ ਲੈਂਦੇ, ਉਹ ਤੋਂ ਬਾਅਦ ਫਿਰ ਜਿੰਨੇ ਵੀ ਸਾਡੇ ਸਰੋਤੇ ਆ, ਤੁਹਾਨੂੰ ਟਰੱਕਿੰਗ ਨਾਲ ਰਿਲੇਟਡ ਕੋਈ ਕੁਐਸਚਨ ਆ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰ ਸਕਦੇ ਹੋ। ਇਹ ਲਾਈਵ ਪ੍ਰੋਗਰਾਮ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ 10 ਵਜੇ ਤੱਕ ਚੱਲੂਗਾ। ਟਰੱਕਿੰਗ ਇੰਡਸਟਰੀ ਦੇ ਵਿੱਚ ਫਰੇਟ ਰੇਟ ਦੀ ਡੀਫਲੇਸ਼ਨ ਹੋਈ ਹੈਗੀ ਆ। ਦੋਨੋਂ ਹੀ ਸਪੌਟ ਤੇ ਕੰਟਰੈਕਟ ਫਰੇਟ ਸ਼ਿਪਿੰਗ ਇਹ ਡ੍ਰੌਪ ਹੋਏ ਹੈਗੇ ਆ। ਸੋ ਅਲਟੀਮੇਟਲੀ ਇੰਨਾ ਕੁਛ ਚੇਂਜ ਹੋ ਰਿਹਾ, ਕਹਿੰਦੇ ਵੀ ਰਮਨ ਜੀ ਹੁਣ ਇਹੀ ਕਰਨਾ ਪੈਣਾ ਹੈ ਵੀ ਜਿਹੜੇ ਇੰਟਰਕਨੈਕਟਡ ਆ ਐਵਰੀਵਨ, ਹੈ ਨਾ, ਚਾਹੇ ਉਹ ਸ਼ਿਪਰ ਆ, ਕੈਰੀਅਰ ਆ, ਬ੍ਰੋਕਰ, ਸਾਰਿਆਂ ਨੂੰ ਰਲ ਕੇ ਇਹ ਕੰਮ ਕਰਨਾ ਪਊਗਾ ਤਾਂ ਜੋ ਟਰੱਕਿੰਗ ਇੰਡਸਟਰੀ ਆ ਉਹ ਸਰਵਾਈਵ ਕਰੂਗੀ। ਜੀ ਬਿਲਕੁਲ। ਜਿਹੜੇ ਰੇਟਸ ਹੈਗੇ ਆ ਇਸ ਵੇਲੇ, ਜਿੱਦਾਂ ਕਿ ਆਪਾਂ ਆਮ ਤੌਰ ਤੇ ਗੱਲ ਕਰਦੇ ਹੀ ਹਾਂ ਕਿ ਜਿਹੜਾ ਫਸਟ ਕੁਆਰਟਰ ਹੁੰਦਾ ਉਹ ਸਲੋ ਹੁੰਦਾ, ਪਰ ਸਿਗਨੀਫਿਕੈਂਟਲੀ ਕਿਉਂਕਿ ਲਾਸਟ ਈਅਰ ਦੀ ਮਾਰਕੀਟ ਦੇ ਅਕੋਰਡਿੰਗਲੀ ਜਿਹੜਾ ਸੀਗਾ, ਜਿਹੜੇ ਕਾਂਟਰੈਕਟ ਰੇਟਸ ਹੈਗੇ ਆ ਉਹਨਾਂ ਤੇ ਵੀ ਹੁਣ ਕਾਫੀ ਅਸਰ ਪੈ ਰਿਹਾ ਹੈਗਾ। ਜਿਹੜੀਆਂ ਨਵੀਆਂ ਬਿਡਸ ਜਾ ਰਹੀਆਂ ਹੈਗੀਆਂ, ਨਵੇਂ ਜਿਹੜੇ ਅਕਾਊਂਟਸ ਹੈਗੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੈਗਾ ਕਿ ਜਿਹੜੀ ਰੇਟਸ ਹੈਗੇ ਆ ਉਹ ਡਾਊਨ, ਸਪਾਇਰਲ ਡਾਊਨ ਜਾ ਰਹੇ ਹੈਗੇ ਆ। ਤੇ ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਹੈਗਾ, ਜੇ ਕਾਂਟਰੈਕਟ ਰੇਟ ਜਿਹੜੇ ਆ ਉਹ ਥੱਲੇ ਨਹੀਂ ਜਾਂਦੇ ਹੈਗੇ ਆ ਤੇ ਇਹ ਸਿੰਪਲੀ ਸਿਚੁਏਸ਼ਨ ਜਿਹੜੀ ਆ, ਜੇ ਬਾਅਦ ਵਿੱਚ ਸਪਾਟ ਰੇਟ ਉੱਠਦੇ ਵੀ ਆ ਤੇ ਫਿਰ ਉਹ ਸਿਚੁਏਸ਼ਨ ਜਿਹੜੀ ਆ ਉਹ ਮਤਲਬ ਕਿ ਜਿਹੜੀ ਕਾਂਟਰੈਕਟ ਰੇਟ ਦੇ ਲਈ ਫਿਰ ਵੀ ਬਹੁਤ ਮਤਲਬ ਕਿ ਮਾੜੀ ਲੱਗ ਰਹੀ ਹੈਗੀ ਆ, ਸਲੋ ਡਾਊਨ ਲੱਗ ਰਿਹਾ ਹੈਗਾ। ਸੋ ਅਗੇਨ ਜਿਹੜਾ ਇਸ ਵੇਲੇ ਟਾਈਮ ਹੈਗਾ, ਜਿੱਦਾਂ ਕਿ ਤੁਸੀਂ ਗੱਲ ਕਹੀ ਆ ਕਿ ਰਲ ਕੇ ਕੰਮ ਕਰਨ ਵਾਲਾ ਕੰਮ ਹੈਗਾ,
ਪਰ ਇਸ ਇੰਡਸਟਰੀ ਦੇ ਵਿੱਚ ਰਲ ਕੇ ਕੰਮ ਕਰਨ ਵਾਲਾ ਕੰਮ ਆਪਾਂ ਦੇਖਿਆ ਨਹੀਂ ਕਦੀ ਵੀ। ਕਿਉਂਕਿ ਜਿਹੜਾ ਬ੍ਰੋਕਰ ਹੈਗਾ ਉਹ ਆਪਣੀ ਸਿਚੁਏਸ਼ਨ 'ਚ ਹੈਗਾ, ਜਿਹੜਾ ਆਪਣਾ ਮੇਜਰ ਪ੍ਰੋਬਲਮ ਹੈਗੀ ਜਿਹੜੀ ਕਿ ਤੁਹਾਡੇ ਜਿਹੜੇ ਐਸਿਡ ਬੇਸ ਕੈਰੀਅਰ ਹੈਗੇ ਆ ਉਹਨਾਂ ਦੀ ਹੈਗੀ ਆ। ਹੁਣ ਕਿ ਐਸਿਡ ਬੇਸ ਕੈਰੀਅਰ ਨੂੰ ਕੀਪ ਅਪ ਰੱਖਣਾ, ਕੰਪਨੀ ਨੂੰ ਇੰਟੈਕਟ ਰੱਖਣਾ ਉਹ ਮੁਸ਼ਕਿਲ ਹੋ ਰਿਹਾ, ਕਿਉਂਕਿ ਕਾਸਟ ਆਫ ਆਪਰੇਟਿੰਗ ਬਿਜ਼ਨਸ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ। ਸੋ ਇਸ ਕਰਕੇ ਸਿਚੁਏਸ਼ਨ ਜਿਹੜੀਆਂ ਹੈਗੀਆਂ ਉਹ ਡੈਫੀਨੇਟਲੀ ਜਿਹੜੀਆਂ ਉਹ ਗਲਤ ਪਾਸੇ ਨੂੰ ਜਾ ਰਹੀਆਂ ਹੈਗੀਆਂ। ਔਰ ਡੀਜ਼ਲ ਦੀ ਪ੍ਰਾਈਸ ਫਿਰ ਐਸ ਜਿਹੜੀ ਆ ਟਾਈਮ ਤੇ ਵਧੀ ਹੈਗੀ ਆ ਲਾਸਟ ਵੀਕ ਦੇ ਵਿੱਚ। ਉਹ ਵੀ ਇੱਕ ਵਿਸ਼ਾ ਹੈਗਾ ਕਿ ਜਿਹਦੇ ਵਿੱਚ ਕਾਸਟ ਆਫ ਆਪਰੇਸ਼ਨ ਜਿਹੜੀ ਆ ਉਹ ਅਪ ਜਾ ਰਹੀ ਹੈਗੀ ਆ ਡੈਫੀਨੇਟਲੀ। ਤੇ ਉਹ ਅਸਰ ਜਿਹੜਾ ਸਾਰਿਆਂ ਦੇ ਪੈਣਾ, ਇਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਪਰ ਆਪਾਂ ਨੂੰ ਪਤਾ ਕਿ ਇਸ ਇੰਡਸਟਰੀ ਦੇ ਵਿੱਚ ਜਿਹੜਾ ਟੂਗੈਦਰ ਆ ਇਕੱਠੇ ਹੋ ਕੇ ਕੰਮ ਕਰਨਾ ਉਹ ਬੜਾ ਮੁਸ਼ਕਿਲ ਹੋ ਜਿਹਾ ਜਾਪਦਾ ਜੀ। ਸੋ ਬਿਲਕੁਲ ਰਮਨ ਜੀ, ਪਰ ਮੈਂ ਦੇਖ ਰਿਹਾ ਸੀ ਓਵਰਆਲ ਆਪਾਂ ਪੰਜਾਬੀ ਕਮਿਊਨਿਟੀ 'ਚ ਤਾਂ ਸੋਚ ਸਕਦੇ ਹਾਂ, ਓਵਰਆਲ ਜੋ ਪ੍ਰੈਸ਼ਰ ਆ ਬਹੁਤ ਜ਼ਿਆਦਾ ਆ ਸਾਰਿਆਂ 'ਤੇ, ਸ਼ਿਪਰਸ 'ਤੇ, ਕੈਰੀਅਰਸ 'ਤੇ, ਬ੍ਰੋਕਰਸ 'ਤੇ, ਕਿਉਂਕਿ ਟੈਕਨੋਲੋਜੀ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ। ਕਹਿੰਦੇ ਵੀ ਨੋ ਮੈਟਰ ਜਿੱਥੇ ਵੀ ਤੁਹਾਡੀ ਕੰਪਨੀ ਜਿਹੜੀ ਮਰਜ਼ੀ ਇੰਡਸਟਰੀ 'ਚ, ਚਾਹੇ ਉਹ ਸ਼ਿਪਰ ਆ ਤੁਸੀਂ, ਚਾਹੇ ਕੈਰੀਅਰ ਆ ਜਾਂ ਬ੍ਰੋਕਰ ਆ, ਲੌਂਗ ਟਰਮ ਸਕਸੈਸ ਤੁਹਾਡੀ ਤਾਂ ਹੀ ਹੋਣੀ ਆ ਜੇ ਤੁਸੀਂ ਨਵੀਂ ਟੈਕਨੋਲੋਜੀ ਨੂੰ ਅਡੈਪਟ ਕਰੋਗੇ ਤੇ ਜੇ ਸਾਰੇ ਇੱਕ ਦੂਜੇ ਦੇ ਨਾਲ ਜਿਹੜੇ ਰਲ ਕੇ ਚੱਲਣਗੇ। ਡੈਫੀਨੇਟਲੀ ਜੀ। ਟੈਕਨੋਲੋਜੀ ਤਾਂ ਇੱਕ ਮਤਲਬ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਟਰੱਕਿੰਗ ਇੰਡਸਟਰੀ ਹੈ ਇੰਨੀ ਇਵੋਲਵ ਹੋਈ ਆ ਔਰ ਇੰਨੀ ਚੇਂਜ ਹੋਈ ਆ ਕਿ ਜਿਹਦੇ ਵਿੱਚ ਜੇ ਤੁਸੀਂ ਅੱਜ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਆਪਣੀ ਕੰਪਨੀ ਨੂੰ ਆਰਗੇਨਾਈਜ਼ ਨਹੀਂ ਕਰਦੇ, ਟੈਕਨੋਲੋਜੀ ਦੇ ਹਿਸਾਬ ਨਾਲ ਤੁਸੀਂ ਆਪਣੀ ਕੰਪਨੀ ਨੂੰ ਸਟ੍ਰੇਟਨ ਅਪ ਨਹੀਂ ਕਰਦੇ, ਤੇ ਮੇਰੇ ਖਿਆਲ ਦੇ ਵਿੱਚ ਕੰਪਨੀ ਨੂੰ ਲੌਂਗ ਲਿਵ ਰੱਖਣ ਲਈ ਜਾਂ ਲੌਂਗ ਟਰਮ ਰੱਖਣ ਦੇ ਲਈ ਮਤਲਬ ਕਿ ਬੰਦਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ। ਕਿਉਂਕਿ ਹੁਣ ਐਵਰੀ ਅੱਗੇ ਹੁੰਦਾ ਸੀਗਾ ਕਿ ਚਲੋ ਕਹਿੰਦੇ ਝਟਕਾ ਸਾਹਿਬ ਆ, ਉੱਕਾ ਪੁੱਕਾ ਇੰਨਾ ਵਧੀਆ ਹੋ ਗਿਆ। ਹੁਣ ਤੁਹਾਨੂੰ ਅਪ ਟੂ ਪੈਨੀਜ਼ ਜਿਹੜਾ ਆ ਉਹ ਰੱਖਣਾ ਪੈਣਾ ਆ, ਤੇ ਉਹਦੇ ਲਈ ਤੁਹਾਨੂੰ ਟੈਕਨੋਲੋਜੀ ਜਿਹੜੀ ਆ ਉਹ ਅਪਣਾਉਣੀ ਪੈਣੀ ਆ ਕਿ ਤੁਹਾਨੂੰ ਟਰੈਕ ਰੱਖਣਾ ਪੈਣਾ ਹਰ ਇੱਕ ਜਿੱਦਾਂ ਕਹਿ ਲਓ ਇਕੁਇਪਮੈਂਟ ਦੇ ਹਿਸਾਬ ਦੇ ਨਾਲ, ਹਰ ਇੱਕ ਟਰੱਕ ਟ੍ਰੇਲਰ ਦਾ, ਹਰ ਇੱਕ ਡਰਾਈਵਰ ਦਾ, ਈਵਨ ਲੋਕੀ ਜਿਹੜਾ ਆਫਿਸ ਹੈਲਪ ਹੈਗੀ ਆ ਉੱਥੋਂ ਤੱਕ ਵੀ ਤੁਹਾਨੂੰ ਜਿਹੜਾ ਆ ਉਹ ਪੈਨੀਜ਼ 'ਚ ਜਿਹੜਾ ਤੁਹਾਨੂੰ ਦੇਖਣਾ ਪੈਣਾ ਆ, ਵਾਚ ਕਰਨਾ ਪੈਣਾ ਆ। ਔਰ ਉਹਦੇ ਲਈ ਜਿਹੜੀ ਆ ਟੈਕਨੋਲੋਜੀ ਹੈਗੀ ਆ ਦੈਟਸ ਦ ਮੋਸਟ ਇੰਪੋਰਟੈਂਟ ਅੱਜ ਦੀ ਤਰੀਕ ਦੇ ਵਿੱਚ। ਜੀ ਜੀ ਬਿਲਕੁਲ। ਇੱਕ ਹੋਰ ਜਿਹੜੀ ਟੈਕਨੋਲੋਜੀ ਦੇ ਨਾਲ ਹੀ ਸੰਬੰਧਿਤ ਜੇ ਆਪਾਂ ਗੱਲ ਕਰਦੇ ਜਾਈਏ ਹਰਜੋਤ ਜੀ ਤੇ ਰਮਨ ਜੀ, ਕੁਛ ਜਿਹੜੀਆਂ ਇਸ ਟਾਈਮ ਕੈਲੀਫੋਰਨੀਆ ਦੇ ਲਾਅ ਮੇਕਰਸ ਤੇ ਕੁਛ ਜਿਹੜੀਆਂ ਯੂਨੀਅਨਸ ਆ ਉਹ ਜਿਹੜੀ ਆਟੋਨਮਸ ਟਰੱਕਿੰਗ ਆ ਉਸ ਨੂੰ ਬੈਨ ਕਰਨਾ ਚਾਹੁੰਦੀਆਂ ਆ। ਉਹ ਚਾਹੁੰਦੇ ਨਹੀਂ ਆ ਵੀ ਜਿਹੜੀ ਆਟੋਨਮਸ ਟਰੱਕਿੰਗ ਆ ਉਹ ਹੋਂਦ ਦੇ ਵਿੱਚ ਆਵੇ, ਖਾਸ ਕਰਕੇ ਜਿਹੜੀਆਂ ਕੈਲੀਫੋਰਨੀਆ ਦੀਆਂ ਲੇਬਰ ਆਰਗੇਨਾਈਜ਼ਰ ਤੇ ਕੁਛ ਜਿਹੜੇ ਸਟੇਟ ਦੇ ਲੈਜਿਸਲੇਟਰ ਜਿਹੜੇ ਉਹ ਹੈਗੇ ਆ, ਇਹ ਆਟੋਨਮਸ ਹੈਵੀ ਡਿਊਟੀ ਟਰੱਕਸ ਨੂੰ ਪਬਲਿਕ ਰੋਡਸ ਦੇ ਉੱਤੇ ਨਹੀਂ ਚਾਹੁੰਦੇ। ਤੇ ਕਹਿੰਦੇ ਵੀ ਇਹ ਚੀਜ਼ ਜਿਹੜੀ ਉਹ ਚਾਹ ਰਹੇ ਆ ਵੀ ਨਾ ਆਉਣ। ਕਹਿੰਦੇ ਵੀ ਜੌਬ ਸਿਕਿਉਰਿਟੀ ਤੇ ਸੇਫਟੀ ਇਸ਼ੂਜ਼ ਇਸ ਦੇ ਪਿੱਛੇ ਮੁੱਖ ਤੌਰ ਦੇ ਉੱਤੇ ਦੇਖਿਆ ਜਾ ਰਿਹਾ, ਕਿਉਂਕਿ ਜਦੋਂ ਆਟੋਨਮਸ ਟਰੱਕਿੰਗ ਦੀ ਆਪਾਂ ਗੱਲ ਕਰਦੇ ਹਾਂ ਤੇ ਜਿਹੜੇ ਡਰਾਈਵਰਸ ਵੀ ਆ ਜਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਵੀ ਆ, ਉਹ ਸਾਰੇ ਜਾਣੇ ਇਸ ਨੂੰ ਇਸ ਤਰੀਕੇ ਦੇ ਨਾਲ ਹੀ ਦੇਖਦੇ ਆ ਵੀ ਜਿੱਦਾਂ ਅਸੈਂਬਲੀ ਲਾਈਨ ਦੇ ਉੱਤੇ ਰੋਬੋਟਸ ਨੇ ਲੋਕਾਂ ਦੀ ਕਾਫੀ ਜਿਹੜੀ ਆ ਵਰਤੋਂ ਉੱਥੇ ਘਟਾਤੀ, ਜੌਬਸ ਜਿਹੜੀਆਂ ਉਹ ਮਸ਼ੀਨਾਂ ਨੇ ਲੈ ਲਈਆਂ। ਸੋ ਇਸੇ ਤਰੀਕੇ ਨਾਲ ਉਹ ਸੋਚਦੇ ਆ ਵੀ ਜੇ ਆਟੋਨਮਸ ਟਰੱਕਸ ਆਉਂਦੇ ਆ ਤੇ ਜਿਹੜੇ ਡਰਾਈਵਰਸ ਆ ਤੇ ਇਹਨਾਂ ਦੇ ਨਾਲ ਸੰਬੰਧਿਤ ਹੋਰ ਜਿਹੜੀਆਂ ਜੌਬਸ ਜੁੜੀਆਂ ਆ ਉਹਨਾਂ ਨੂੰ ਕਾਫੀ ਖਤਰਾ ਪੈ ਸਕਦਾ ਹੈ। ਡੈਫੀਨੇਟਲੀ ਰਾਜਕਰਨ, ਇੱਥੇ ਹੀ ਆਪਾਂ ਕਹਿ ਰਹੇ ਕਿ ਇੰਡਸਟਰੀ ਸਾਰੀਆਂ ਇੰਡਸਟਰੀਜ਼ ਇਵੋਲਵ ਹੋ ਰਹੀਆਂ। ਜਦੋਂ ਆਪਾਂ ਜਿਹੜੀ ਆਪਣੀ ਮੈਨੂਫੈਕਚਰਿੰਗ ਇੰਡਸਟਰੀ ਹੈਗੀ ਆ, ਕਿੰਨੀ ਵੱਡੀ ਇੰਪਲੋਇਰ ਸੀਗੀ ਇੱਕ ਸਮੇਂ ਤੇ, ਜਦੋਂ ਹਰ ਕੰਮ ਹੱਥ ਨਾਲ ਹੁੰਦਾ ਸੀਗਾ, ਹਰ ਇੱਕ ਕੰਮ ਜਿਹੜਾ ਮੈਨੂਅਲ ਹੁੰਦਾ ਸੀਗਾ। ਉਦੋਂ ਵੀ ਇਹ ਜਿਹੜਾ ਸਕੇਅਰ ਸੀਗਾ ਇਹ ਹੋਇਆ ਸੀਗਾ। ਔਰ ਉਹ ਜਿਹੜਾ ਸਕੇਅਰ ਆ ਉਹ ਮਤਲਬ ਕਿ ਜਿਹੜੇ ਡਿਫਰੈਂਟ ਪਲੇਅਰਸ, ਡਿਫਰੈਂਟ ਜੌਬ ਆਪਰਚੁਨਿਟੀਜ਼ ਜਿਹੜੀਆਂ ਆ ਉਹ ਨਿਕਲ ਕੇ ਆਉਂਦੀਆਂ ਆ ਆਊਟ ਆਫ ਆਲ ਦਿਸ। ਤੇ ਮੇਰੇ ਖਿਆਲ ਦੇ ਵਿੱਚ ਡੈਫੀਨੇਟਲੀ ਦੇਖੋ ਫਿਊਚਰ ਹੈਗਾ ਆ, ਪਰ ਫਿਊਚਰ ਕਿੱਥੋਂ ਤੱਕ ਮਤਲਬ ਕਿ ਹੋ ਸਕਦਾ ਆ, ਕਿ ਪੋਸੀਬਲ ਹੋ ਸਕਦਾ। ਮੇਰੇ ਖਿਆਲ ਦੇ ਵਿੱਚ ਜਿਹੜਾ ਆਟੋਨਮਸ ਫਿਊਚਰ ਹੈਗਾ ਉਹ ਸਿਰਫ ਤੇ ਸਿਰਫ ਯਾਰਡ ਮੂਵ, ਵੇਅਰ ਹਾਊਸ ਟੂ ਵੇਅਰ ਹਾਊਸ, ਲੋਕਲ, ਨਾਟ ਈਵਨ ਰੀਜਨਲ ਵੀ ਮੈਂ ਨਹੀਂ ਕਹਿੰਦਾ ਕਿ ਉਹ ਅਜੇ ਤੱਕ ਚੱਲ ਸਕਦਾ, ਪਰ ਡੈਫੀਨੇਟਲੀ ਸੋਚਣ ਦਾ ਵਿਸ਼ਾ ਆ। ਔਰ ਜਿਹੜੇ ਆਪਣੇ ਜਿਹੜੀਆਂ ਜਿਹੜੀਆਂ ਯੂਨੀਅਨਸ ਹੈਗੀਆਂ
ਉਹਨਾਂ ਨੇ ਤਾਂ ਡੈਫੀਨਿਟਲੀ ਇਹਦੇ ਅਗੇਂਸਟ ਗੱਲ ਕਰਨੀ ਹੈਗੀ, ਕਿਉਂਕਿ ਇਹ ਡੈਫੀਨਿਟਲੀ ਉਹਨਾਂ ਦੇ ਮੈਂਬਰਸ ਦੇ ਅਗੇਂਸਟ ਜਾਂਦਾ ਹੈਗਾ, ਜੌਬ ਸਿਕਿਉਰਿਟੀ ਦੇ ਲਈ ਜਾਂਦਾ ਹੈਗਾ। ਪਰ ਇਹ ਜਿਹੜੀ ਟੈਕਨੋਲੋਜੀ ਹੈਗੀ ਆ, ਅਗੇਨ ਟੈਕਨੋਲੋਜੀ ਦੇਖੋ, ਅਸੀਂ ਅੱਜ ਦੀ ਤਰੀਕ ਦੇ ਵਿੱਚ ਤਾਂ ਲੋਕੀ ਇੱਥੋਂ ਤੱਕ ਵੀ ਗੱਲਾਂ ਕਰਨ ਲੱਗ ਗਏ ਜੀ, ਮਤਲਬ ਅਸੀਂ ਤਾਂ ਜੇ ਰਿਮੋਟ ਗੱਡੀਆਂ ਦੀ ਥੱਲੇ ਟਰੱਕਾਂ ਦੀ ਗੱਲ ਕਰਦੇ, ਲੋਕੀ ਤਾਂ ਉੱਡਣ ਵਾਲੀਆਂ ਗੱਡੀਆਂ, ਕਾਰਾਂ, ਸਭ ਉਹਦੇ ਮਤਲਬ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ, ਪਰ ਇੱਕ ਕਨਵਰਸੇਸ਼ਨ ਜਿਹੜੀ ਚੱਲਦੀ ਰਹਿਣੀ ਚਾਹੀਦੀ ਆ। ਔਰ ਜਿਸ ਤਰ੍ਹਾਂ ਕਿ ਹੁਣ ਤੁਸੀਂ ਆਪਣੀ ਨਿੱਕੀ ਨਿੱਕੀਆਂ ਚੀਜ਼ਾਂ ਦੇਖੋ, ਆਪਾਂ ਜੇ ਆਪਾਂ ਟਰੱਕਿੰਗ ਨਾਲ ਜੇ ਧਿਆਨ ਥੋੜ੍ਹਾ ਜਿਹਾ ਹਟਾ ਕੇ ਆਪਾਂ ਦੇਖੀਏ ਸਟੋਰਾਂ ਦੇ ਵਿੱਚ, ਹੁਣ ਹਰ ਇੱਕ ਸਟੋਰ ਦੇ ਵਿੱਚ ਸੈਲਫ ਚੈੱਕਆਊਟ ਬਣ ਗਏ ਆ, ਹਰ ਇੱਕ ਸਟੋਰ ਦੇ ਵਿੱਚ ਚੀਜ਼ਾਂ ਉਸ ਤਰ੍ਹਾਂ ਦੀਆਂ ਬਣ ਗਈਆਂ। ਸੋ ਉਹ ਬੇਸਿਕਲੀ ਉਹ ਜੌਬ ਐਲੀਮੀਨੇਸ਼ਨ ਹੀ ਆ। ਹਰ ਇੱਕ ਜਿਹੜੀ ਕੰਪਨੀ ਹੈਗੀ ਆ, ਉਹ ਕਿਸੇ ਨਾ ਕਿਸੇ ਪਾਸੇ ਕੰਪਨੀ ਜਿਹੜੀ ਆ ਉਹ ਕਿਤੇ ਨਾ ਕਿਤੇ ਪੈਸੇ ਬਚਾ ਕੇ ਤੇ ਉਹ ਆਪਣੀ ਜਿਹੜੀ ਆ ਪ੍ਰੋਗਰੈਸ ਦਿਖਾਉਂਦੀ ਆ, ਆਪਣਾ ਪ੍ਰੋਫਿਟ ਮਾਰਜਨ ਵਧਾਉਂਦੀ ਆ। ਮਤਲਬ ਇਹ ਸਾਈਕਲ ਆ, ਹਰ ਪਾਸੇ ਚੱਲਦਾ ਰਹਿੰਦਾ। ਔਰ ਕਈ ਚੀਜ਼ਾਂ ਦੇ ਵੱਲ ਆਪਣਾ ਧਿਆਨ ਬਹੁਤ ਜ਼ਿਆਦਾ ਜਾਂਦਾ ਯਾਰ, ਕਈ ਚੀਜ਼ਾਂ ਦੇ ਵੱਲ ਆਪਣਾ ਧਿਆਨ ਬਹੁਤ ਘੱਟ ਜਾਂਦਾ। ਪਰ ਡੈਫੀਨੇਟਲੀ ਇਵੋਲਵਿੰਗ ਹੈਗੀ ਆ, ਸਾਰੀ ਇੰਡਸਟਰੀ ਚੇਂਜ ਹੋ ਰਹੀ ਆ। ਔਰ ਮੇਰੇ ਖਿਆਲ ਦੇ ਵਿੱਚ ਰਾਜਕਨ, ਅਸੀਂ ਜਿਸ ਏਜ ਐਰਾ ਦਾ ਮੈਂ ਹੈਗਾ ਆ, ਅਸੀਂ ਭਾਜੀ ਹੈਗੇ ਆਪਣੇ ਹਰਜੋਤ ਭਾਜੀ, ਅਸੀਂ ਸਾਡੀ ਏਜ ਗਰੁੱਪ ਦੇ ਜਿਹੜੇ ਆ, ਮੇਰੇ ਖਿਆਲ ਅਸੀਂ ਸਾਰਿਆਂ ਨੂੰ ਜ਼ਿਆਦਾ ਵੱਧ ਚੇਂਜ ਦੇਖੀ ਹੈਗੀ ਆ। ਅਸੀਂ ਉਹ ਸਾਈਕਲ ਤੇ ਗੱਡੇ ਤੇ ਜਿਹੜਾ ਉਹ ਟਾਈਮ ਤੋਂ ਲੈ ਕੇ ਤੇ ਹੁਣ ਸੈਲਫ ਡਰਾਈਵਿੰਗ ਕਾਰਸ ਸਾਰਾ ਕੁਝ, ਮਤਲਬ ਸਾਨੂੰ ਤਾਂ ਜ਼ਿੰਦਗੀ ਜਿਹੜੀ ਉਹ ਇੰਨੀ ਜ਼ਿਆਦਾ ਘੁੰਮਦੀ ਲੱਗਦੀ ਆ ਵੀ ਬਹੁਤ ਹੀ ਜ਼ਿਆਦਾ ਫਰਕ ਆ। ਪਰ ਜਿਹੜੇ ਹੁਣ ਲੇਟ 90s ਤੋਂ ਬਾਅਦ ਦੇ ਬੋਰਨ ਹੈਗੇ ਆ, ਉਹਨਾਂ ਦੇ ਲਈ ਸ਼ਾਇਦ ਉਹ ਸਮਾਂ ਨਹੀਂ ਸੀਗਾ। ਪਰ ਜਿੱਦਾਂ ਕਿ ਕਹਿੰਦੇ ਅੱਜ ਤੋਂ 50 ਸਾਲ ਪਹਿਲਾਂ ਵੀ ਸਾਰਾ ਕੁਛ ਚੱਲ ਰਿਹਾ ਸੀ ਤੇ ਹੁਣ ਵੀ ਚੱਲ ਰਿਹਾ, ਅੱਜ ਤੋਂ 50 ਸਾਲ ਬਾਅਦ ਵੀ ਚੱਲਣਾ। ਪਰ ਆਬਵੀਅਸਲੀ ਚੀਜ਼ਾਂ ਜਿਹੜੀਆਂ ਇਵਾਲਵ ਹੋ ਜਿਹੜੀਆਂ, ਪਰ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਜਿਹੜਾ ਹੈਗਾ ਆ, ਇਹਦੇ ਲਈ ਵੀ ਐਕਚੁਅਲੀ FMCSA ਨੇ ਕੁਛ ਇੱਕ ਇਸ ਵੇਲੇ ਮੰਗੀਆਂ ਹੈਗੀਆਂ ਹੋਰ ਚੀਜ਼ਾਂ, ਜਿਹੜੀਆਂ ਕਿ FMCSA ਨੇ ਪ੍ਰਪੋਜ਼ ਕੀਤੀਆਂ ਨਵੇਂ ਰਿਕੁਆਇਰਮੈਂਟ ਫॉर ਡਰਾਈਵਰ ਇੰਸਟ੍ਰਕਟਰ ਦੇ ਲਈ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਜਿਹੜਾ ਆਪਰੇਸ਼ਨ ਲੈਵਲ 4 ਤੇ ਲੈਵਲ 5 ਆ, ਉਹਦੇ ਉੱਤੇ ਉਹਨਾਂ ਨੇ ਮੰਗਿਆ ਹੈਗਾ ਚੀਜ਼ਾਂ ਜਿਹੜੀਆਂ। ਸੋ ਉਹਦੇ ਦੇਖਦੇ ਆ ਕਿ ਉਹ ਕੀ ਕਰਦੇ ਹੈਗੇ ਜੀ। ਸੋ ਬਿਲਕੁਲ 2 ਸਟੇਟ ਲੈਜਿਸਲੇਟਰਸ ਜਿਨ੍ਹਾਂ ਨੂੰ ਕੈਲੀਫੋਰਨੀਆ ਲੇਬਰ ਫੈਡਰੇਸ਼ਨ ਤੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰ ਲੈ ਕੇ ਆ ਰਹੀ ਆ ਵੀ ਜਿਹੜਾ ਵੀ ਕੋਈ ਵਹੀਕਲ ਆ 10,000 ਪਾਉਂਡ ਤੋਂ ਵੱਧ ਆ, ਉਹ ਆਟੋਨੋਮਸ ਟੈਕਨੋਲੋਜੀ ਦੇ ਵਿੱਚ ਜੇ ਉਹ ਹੈਗਾ ਤੇ ਉਹਨੂੰ ਘੱਟੋ ਘੱਟ ਡਰਾਈਵਰ ਜ਼ਰੂਰ ਵਿੱਚ ਰੱਖਣਾ ਪਊਗਾ, ਚਾਹੇ ਉਹ ਬਿਗ ਰਿਗ ਆ। ਆਟੋਨੋਮਸ ਟਰੱਕ ਵੀ ਹੋਊਗਾ, ਡਰਾਈਵਰ। ਸੋ ਉਹ ਜੌਬ ਬਚਾਉਣ ਦੀ ਗੱਲ ਆ। ਪਰ ਇਹਦੇ ਸੰਬੰਧ ਦੇ ਵਿੱਚ ਜੇ ਕਹਿੰਦੇ ਇਹ ਕੁਝ ਵਾਪਰਦਾ ਤੇ ਫਿਰ ਅਸੀਂ, ਕਿਉਂਕਿ ਕੈਲੀਫੋਰਨੀਆ ਸਿਲੀਕਨ ਵੈਲੀ ਇੱਕ ਤਰ੍ਹਾਂ ਨਾਲ ਟੈਕਨੋਲੋਜੀ ਦੀ ਹੱਬ ਆਪਾਂ ਕਹਿ ਸਕਦੇ ਹਾਂ। ਟੈਕਨੋਲੋਜੀ ਜੋ ਵੀ ਕੁਝ ਹੋਣਾ ਹੈ ਕੈਲੀਫੋਰਨੀਆ ਤੋਂ ਹੀ ਹੋਣਾ, ਪੂਰੀ ਦੁਨੀਆ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ। ਤੇ ਪਰ ਸੌਰੀ ਮੈਂ ਵਿੱਚੇ ਕੱਟ ਰਿਹਾ, ਮੈਂ ਇਹਦੇ ਵਿੱਚ ਇਹ ਵੀ ਗੱਲ ਇੱਥੇ ਜਿਹੜੀ ਆਖ ਰਹੇ ਨੇ ਜਿਹੜੇ ਟੀਮਸਟਰਸ ਵਾਲੇ ਆ, ਕਹਿੰਦੇ ਰੈਗੂਲੇਟਰੀ ਬੋਡੀ ਸਾਰੀ ਨਾ ਹੋਵੇ, ਇੱਕ ਲੈਜਿਸਲੇਚਰ ਹੋਵੇ, ਇੱਕ ਅਸਲ 'ਚ ਕਾਨੂੰਨ ਹੋਵੇ। FMCA ਦੀ ਜਿਹੜੀ ਹੁਣ ਰੈਗੂਲੇਟਰੀ ਇੱਕ ਬੋਡੀ ਆ, ਉਹਨਾਂ ਨੇ ਤਾਂ ਹੁਣ ELD ਵਾਲਾ ਵੀ ਬਣਾਇਆ, ਸੈਲਫ ਉਹਨਾਂ ਨੇ ਅਪਰੂਵ ਖੁਦ ਨੂੰ ਕਹਿ ਲਓ ਵੀ ਹਾਂ ਜੀ ਅਸੀਂ ਸਭ ਕੁਝ ਠੀਕ ਆ, ਦਰੁਸਤ ਆ ਤੇ ਸਾਰਾ ਕੁਝ ਚੱਲਦਾ ਆ। ਪਰ ਜੇ ਕਹਿੰਦੇ ਵੀ ਲੈਜਿਸਲੇਸ਼ਨ ਕਾਨੂੰਨ ਦੇ ਤਹਿਤ ਇਸ ਚੀਜ਼ ਨੂੰ ਲੈ ਕੇ ਆਉਂਗੇ ਤਾਂ ਫਿਰ ਥੋੜ੍ਹੇ ਜਿਹੇ ਚੈੱਕਸ ਐਂਡ ਬੈਲੈਂਸਿਸ ਜ਼ਿਆਦਾ ਜਿਹੜੇ ਉਹ ਹੋਣਗੇ। ਸੋ ਆਈ ਥਿੰਕ ਵੈਲ ਥਾਟ ਆਊਟ ਪ੍ਰੋਸੈਸ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚਾਹੀਦਾ ਆ, ਜੇ ਤੁਸੀਂ ਚਾਹ ਵੀ ਰਹੇ ਆ ਵੀ ਹਾਂ ਇੱਧਰਲੇ ਪਾਸੇ ਨੂੰ ਜੇ ਜਾਣਾ ਹੈਗਾ ਆ, ਆਟੋਨੋਮਸ ਦੇ ਵਿੱਚ ਜਿਹੜਾ ਉਹ ਜਾਣਾ ਹੈਗਾ। ਆਲਰੇਡੀ ਅਰਕਨਸਾ, ਨੇਵਾਡਾ ਤੇ ਟੈਕਸਸ ਨੇ ਅਲਾਉ ਕਰਤਾ ਡਰਾਈਵਰਲੈਸ ਟਰੱਕਸ। ਤੇ ਸਿਲੀਕਨ ਵੈਲੀ ਦੀ ਇੱਕ ਲੀਡਰਸ਼ਿਪ ਗਰੁੱਪ ਹੈਗਾ ਫਾਊਂਡੇਸ਼ਨ, ਉਹ ਸੁਜੈਸਟ ਇਹ ਕਰਦੇ ਆ ਵੀ ਜੇ ਆਟੋਨੋਮਸ ਟਰੱਕਸ ਨੂੰ ਅਲਾਉ ਕੀਤਾ ਜਾਵੇ ਕੈਲੀਫੋਰਨੀਆ 'ਚ, ਤੇ ਕੈਲੀਫੋਰਨੀਆ ਸਟੇਟ ਦੀ ਇਕੋਨਮੀ ਦੇ ਵਿੱਚ $6.5 ਬਿਲੀਅਨ ਦਾ ਜਿਹੜਾ ਫਾਇਦਾ ਹੋਊਗਾ। ਸੋ ਅਲਟੀਮੇਟਲੀ ਜੌਬ ਬਚਾਉਣ ਦੀ ਗੱਲ ਆ, ਲੇਬਰ ਯੂਨੀਅਨਸ ਇਹ ਕਰ ਰਹੀਆਂ। ਸੋ ਹੋਪਫੁਲੀ ਜੇ ਹੋਊਗਾ ਵੀ ਤੇ ਉਹਨਾਂ ਨੂੰ ਇਹ ਆ ਵੀ ਘੱਟੋ ਘੱਟ ਡਰਾਈਵਰ ਜ਼ਰੂਰ ਵਿੱਚ ਬੈਠਾ ਹੋਵੇ ਉਹਦੇ। ਪਰ ਇਹ ਗੱਲ ਜ਼ਰੂਰ ਆ ਰਮਨ ਜੀ ਵੀ ਜੇ ਆਟੋਨੋਮਸ ਟਰੱਕ ਚੱਲਦੇ ਆ ਤੇ ਵਿੱਚ ਡਰਾਈਵਰ ਵੀ ਬਹਿੰਦਾ ਤੇ ਉਨੀ ਤਨਖਾਹ ਨਹੀਂ ਹੋਣੀ ਜਿੰਨੀ ਅੱਜ ਦੀ ਡੇਟ 'ਚ ਹੋਊਗੀ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਇੱਥੇ ਦੂਜੀ ਚੀਜ਼ ਆ, ਐਕਸੀਡੈਂਟ ਆਟੋਨੋਮਸ ਟਰੱਕ ਨੇ ਕੀਤਾ ਤੇ ਕੀ ਦੋਸ਼ੀ ਬੰਦੇ ਨੂੰ ਬਣਾਇਆ ਜਾਊਗਾ, ਟਰੱਕ ਨੂੰ ਬਣਾਇਆ ਜਾਊਗਾ? ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਸਟਿਲ ਅੰਡਰ ਪ੍ਰੋਸੈਸ ਹੈਗੀਆਂ, ਸਟਿਲ ਅੰਡਰ ਵਰਕਿੰਗ ਹੈਗੀਆਂ। ਜਿਹੜੇ ਹੁਣ ਜਿਹੜਾ FMCSA ਵੱਲੋਂ ਕਿਹਾ ਗਿਆ ਕਿ ਉਹਦੇ 'ਚ ਜਿਹੜੇ ਲੈਵਲ 4 ਜਾਂ ਲੈਵਲ 5 ਦੇ ਆਟੋਨੋਮਸ ਟਰੱਕ ਹੈਗੇ ਆ, ਉਹਨਾਂ ਨੂੰ ਆਪਰੇਟ ਕਰਨ ਦੇ ਲਈ ਜਿਹੜਾ
ਜਿਹੜੀ ਏਜੰਸੀ ਜੋ ਵੀ ਕੁਝ ਕਰ ਰਿਹਾ ਹੈਗਾ, ਜਿਹੜੀ ਵੀ ਕੰਪਨੀ ਕਰ ਰਹੀ ਹੈਗੀ ਹੈ, ਸੋ ਦੇ ਹੈਵ ਟੂ ਨੋਟੀਫਾਈ FMCSA ਵੀ ਇਹ ਉਹ ਚਾਹੁੰਦੇ ਆ। ਤੇ ਜਿਹੜੇ ਉਹ ਇੰਟਰਸਟੇਟ ਦੇ ਵਹੀਕਲਸ ਹੈਗੇ ਆ ਵਿਦਆਊਟ ਹਿਊਮਨ ਡਰਾਈਵਰ ਬਿਹਾਈਂਡ ਇਟ, ਉਹ ਜਿਹੜਾ ਨਹੀਂ ਕਰਨਗੇ। ਦੂਸਰੀਆਂ ਚੀਜ਼ਾਂ ਹੈਗੀਆਂ ਕਿ ਬਿਫੋਰ ਇੰਟਰਸਟੇਟ ਕਾਮਰਸ ਦੇ ਉੱਤੇ ਉਹਨਾਂ ਨੂੰ ਲੈ ਕੇ ਜਾਣਾ ਟਰੱਕਸ ਨੂੰ, ਉਹਨਾਂ ਨੂੰ ਪੂਰੀ ਡਾਟਾ ਇਨਫੋਰਮੇਸ਼ਨ ਐਵੀਡੈਂਸ ਡੈਮੋਨਸਟ੍ਰੇਟ ਕੈਰੀਅਰਸ ਨੂੰ ਡੈਮੋਨਸਟ੍ਰੇਟ ਕਰਨਾ ਪਊਗਾ ਕਿ ਉਹ ਜਿਹੜਾ CMV ਹੈਗਾ ਉਹ ਪੂਰਾ ਐਪਰੋਪ੍ਰੀਏਟਲੀ ਇਕੁਇਪਡ ਹੈਗਾ ਤੇ ਮੈਨੇਜਮੈਂਟ ਕੰਟਰੋਲ ਦੇ ਵਿੱਚ ਹੈਗਾ। ਠੀਕ ਹੈ, FMCSA ਵੱਲੋਂ ਕਲੈਕਟ ਕੀਤਾ ਜੋ ਡਾਟਾ ਸਾਰਾ ਜਿੰਨੇ ਵੀ ਇਹ ਇੰਟਰਸਟੇਟ ਟਰਾਂਸਪੋਰਟੇਸ਼ਨ ਦੇ, ਸੋ ਕਾਫੀ ਚੀਜ਼ਾਂ ਜਿਹੜੀਆਂ ਅਜੇ ਬਿਲਕੁਲ ਇਨੀਸ਼ੀਅਲ ਸਟੇਜਸ ਦੇ ਉੱਤੇ ਹੈਗੀਆਂ, ਕਾਫੀ ਚੀਜ਼ਾਂ ਲਾਗੂ ਵੀ ਹੈਗੀਆਂ ਤੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਉਸ ਦੇ ਉੱਤੇ ਕੰਮ ਚੱਲ ਰਿਹਾ। ਔਰ ਇਹ ਜਿਹੜੀਆਂ ਗੱਲਾਂ ਹੈਗੀਆਂ ਇੰਸ਼ੋਰੈਂਸ ਇੰਡਸਟਰੀ ਵੱਲੋਂ ਵੀ ਕਲੋਜ਼ਲੀ ਦੇਖਿਆ ਜਾ ਰਿਹਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੈਗੇ ਆ, ਜਿੱਦਾਂ ਇਹ ਹੋ ਰਿਹਾ ਹੈਗਾ, ਇਹ ਕੱਲ ਨੂੰ ਕੌਣ ਰਿਸਪੋਂਸੀਬਲ ਹੈਗਾ? ਜਿਹੜਾ ਰਿਮੋਟਲੀ ਬੈਠਾ ਆਫਿਸ ਦੇ ਵਿੱਚ ਉਹਨੂੰ ਚਲਾ ਰਿਹਾ ਹੈਗਾ, ਜਾਂ ਜਿਹੜਾ ਉੱਥੇ ਟਰੱਕ ਦੇ ਵਿੱਚ ਸਿਰਫ ਤੇ ਸਿਰਫ ਉਹਦੇ ਦੇਖ ਰਿਹਾ ਹੈਗਾ ਕਿ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਉਹਨੂੰ ਟੱਚ ਕਰਨਾ ਹੈਗਾ, ਕੌਣ? ਮਤਲਬ ਕਿ ਬਹੁਤ ਚੀਜ਼ਾਂ ਜਿਹੜੀਆਂ ਵਰਕਆਊਟ ਕਰਨਾ ਯਾ ਇਟਸ ਗੋਇੰ ਟੂ ਟੇਕ ਸਮ ਟਾਈਮ ਇਹ ਸਾਰੀਆਂ ਚੀਜ਼ਾਂ ਨੂੰ ਫਿਗਰ ਆਊਟ ਕਰਨ ਦੇ ਲਈ। ਸੋ ਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜਾਂ ਟਰੱਕਿੰਗ ਬਾਰੇ ਕੋਈ ਸਵਾਲ ਆ ਤਾਂ ਉਹ ਤੁਸੀਂ ਕਰ ਸਕਦੇ ਹੋ। 408 272 5200 4082725200। ਕੁਛ ਕਾਲਰ ਆਪਣੇ ਨਾਲ ਜੁੜੇ, ਉਹਨਾਂ ਨਾਲ ਗੱਲ ਕਰਦੇ ਹਾਂ ਗੱਲਬਾਤ। ਗੁਰਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਆਪਣੇ ਤੁਸੀਂ ਬੜੀ ਵਧੀਆ ਸੇਵਾ ਕਰ ਰਹੇ ਹੋ ਭਾਜੀ ਆਪਣੀ ਕਮਿਊਨਿਟੀ ਦੀ। ਇੱਥੇ ਮੈਂ ਵਰਜੀਨੀਆ ਤੋਂ ਬੋਲਦਾ ਤੇ ਤੁਸੀਂ ਤਾਂ ਕੈਲੀਫੋਰਨੀਆ ਵੀ ਕਰਦੇ ਆ, ਇੱਥੇ ਵਰਜੀਨੀਆ 'ਚ ਵੀ ਸੁਣਦੇ ਕਾਫੀ ਬੰਦੇ ਤੁਹਾਨੂੰ ਨਾ ਜੀ। ਤੇ ਰਾਜਕਰਨਵੀਰ ਭਾਜੀ ਤੁਹਾਨੂੰ ਕੁਐਸਚਨ ਹੈ, ਜਿਹੜਾ ਆਪਣੇ ਤੋਂ ਅੱਜ ਤੋਂ 2 ਮਹੀਨੇ ਪਹਿਲਾਂ ਆਪਣੀ ਫੈਮਿਲੀ ਦਾ ਆਪਣੇ ਮਰਡਰ ਹੋਇਆ, ਦੋਵਾਂ ਭਰਾਵਾਂ ਦਾ, ਆਪਣੇ ਵਾਈਫ ਦਾ ਤੇ ਬੱਚੀ ਦਾ, ਉਹਦਾ ਜਿਹੜਾ ਕਾਤਲ ਸੀਗਾ ਤਾਂ ਉਹਦਾ ਕੁਛ ਬਣਿਆ ਤੇ ਕੀ ਉਹ ਮੈਂ ਜਾਂ ਮਿਸ ਕਰ ਗਿਆ, ਤੁਸੀਂ ਉਹ ਖਬਰ ਦਿੱਤੀ ਆ ਜਾਂ ਕੀ? ਹਾਂਜੀ ਜੀ, ਉਹਦਾ ਅਜੇ ਕੋਈ ਅਪਡੇਟ ਨਹੀਂ ਆ, ਅਜੇ ਕੋਈ ਅਪਡੇਟ ਨਹੀਂ ਹੈ ਜੀ। ਉਹਦੀ ਪ੍ਰੀਲਿਮ ਟਰਾਇਲ ਦੇ ਲਈ ਉਹਨੂੰ ਅਦਾਲਤ ਵਿੱਚ ਪੇਸ਼ ਕਰਨਾ ਆ, ਮੇਬੀ ਇਸ ਮਹੀਨੇ ਦੀ ਜੂਨ ਦੀ ਸ਼ਾਇਦ ਤਰੀਕਾਂ ਜਿਹੜੀਆਂ ਉਹ ਪਈਆਂ, ਉਹਦੇ ਭਰਾ ਨੂੰ ਕੀਤਾ ਸੀਗਾ। ਸੋ ਉਹਨੂੰ ਜਦੋਂ ਅਦਾਲਤ ਮੂਹਰੇ ਪੇਸ਼ ਕੀਤਾ ਸੀ, ਉਸਨੇ ਆਪਣੇ ਆਪ ਨੂੰ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਵੀ ਮੈਂ ਦੋਸ਼ੀ ਨਹੀਂ ਹਾਂ। ਸੋ ਜਦੋਂ ਅਪਡੇਟਸ ਆਉਣਗੀਆਂ ਇਸ ਦੇ ਬਾਰੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਜੀ। ਆਪਣੇ ਅਗਲੇ ਕਾਲਰ ਨੇ ਜੀ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤਿੰਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਰਿਲੇਟਡ ਆ, ਕੁਐਸਚਨ ਦੋ ਨੇ ਪਰ ਇੱਕ ਦੂਜੇ ਨਾਲ ਰਿਲੇਟਡ ਨੇ। ਪਹਿਲਾ ਕੁਐਸਚਨ ਤਾਂ ਇਹ ਹੈ ਜੀ, ਜਿਹੜਾ ਨਵਾਂ ਟਰੱਕ ਲੈਂਦੇ ਆ ਅੱਜ, ਮੰਨ ਲਓ ਡੀਜ਼ਲ ਮੋਟਰ, ਉਹ ਕਿੰਨਾ ਚਿਰ ਤੱਕ ਉਹਦੀ ਲਾਈਫ ਵੈਲਿਡ ਕਰਦੀ ਆ DMV? ਬਈ ਉਹ 10 ਸਾਲ ਚੱਲੂਗਾ, 12 ਸਾਲ ਚੱਲੂ, ਕਿੰਨੇ ਸਾਲ ਚੱਲੂ? ਤੇ ਦੂਜਾ ਮੇਰਾ ਕੁਐਸਚਨ ਇਹ ਆ ਵੀ ਜਦੋਂ ਕਿਸੇ ਪੁਰਾਣੇ ਟਰੱਕ ਦੀ ਮੋਟਰ ਰੀਵੈਲਟ ਹੋ ਜਾਂਦੀ ਆ, ਉਹਨੂੰ DMV ਕਿੰਨਾ ਚਿਰ ਵਾਸਤੇ ਅਪਡੇਟ ਕਰਦੀ ਆ? ਇਹ ਦੱਸਿਓ ਜੀ ਪਲੀਜ਼ ਜੀ। ਪਹਿਲੀ ਗੱਲ ਤਾਂ ਹੈ ਜੀ, DMV ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਦੇ ਨਾਲ। DMV ਅਥਾਰਟੀ ਨਹੀਂ ਹੈਗੀ ਜਿਹੜੀ ਇਸ ਚੀਜ਼ ਨੂੰ ਮੋਨੀਟਰ ਕਰਦੀ ਆ। ਸੋ ਇਹ ਚੀਜ਼ ਪਹਿਲੀ ਮੈਂ ਕਰੈਕਟ ਕਰ ਦਿਆਂ, DMV ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਟਰੱਕ ਕਦੋਂ ਤੱਕ ਚੱਲਦਾ, ਕਦੋਂ ਤੱਕ ਨਹੀਂ ਚੱਲਦਾ। ਇਹ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਜਿਹੜਾ ਕਾਰਬ ਹੈਗਾ ਕੈਲੀਫੋਰਨੀਆ 'ਚ, ਉਹ ਕਰਦਾ ਆ। ਤੇ ਜਿਹੜਾ ਆਪਣਾ ਟੋਟੋ ਹੈਗਾ EPA ਜਾਂ ARB ਏਅਰ ਰਿਸੋਰਸ ਬੋਰਡ ਜਿਹੜਾ ਹੈਗਾ, ਉਹ ਇਸ ਚੀਜ਼ ਨੂੰ ਮੋਨੀਟਰ ਕਰਦਾ ਹੈਗਾ। ਉਹ ਇਸ ਅਥਾਰਟੀ ਹੈਗੀ ਆ ਜਿਹਦੇ ਵਿੱਚ ਕਿ ਉਹ ਰੈਗੂਲੇਟ ਕਰਦੇ ਇਸ ਚੀਜ਼ ਨੂੰ, ਰੈਗੂਲੇਟ ਕਰਦਾ। ਸੋ ਪਹਿਲੀ ਚੀਜ਼ ਤਾਂ ਇਹ। ਦੂਸਰੀ ਚੀਜ਼ ਇਹ ਆ ਕਿ ਜਿਹੜੇ ਹੁਣ ਇਸ ਵੇਲੇ ਨਵੇਂ ਟਰੱਕ ਆ ਰਹੇ ਆ, ਇਹ ਮਤਲਬ ਕਿ ਮੇਰੇ ਜਿਹੜਾ ਅਜੇ ਤੱਕ ਜਿੱਦਾਂ ਦਾ ਪੜ੍ਹਿਆ ਹੈਗਾ, ਜਿੱਦਾਂ ਦਾ ਸੁਣਿਆ ਜਾਂ ਸਾਰਾ ਕੁਛ ਸਮਝਿਆ ਹੈਗਾ, 2045 ਜਿਹੜਾ ਲਾਸਟ ਹੈਗਾ। ਸੋ 2045 ਇਜ਼ ਦਾ ਲਾਸਟ। ਕਿ ਉਸ ਤੋਂ ਬਾਅਦ ਜਿਹੜਾ ਇਹ ਟਰੱਕ ਜਿਹੜੇ ਆ ਇਹ ਪੂਰੇ ਜਿਹੜੇ ਉਹ ਚਲੇ ਜਾਣੇ ਆ ਤੁਹਾਡੇ ਇਲੈਕਟ੍ਰਿਕ ਨਾਨ ਐਮਿਸ਼ਨ ਜਿਹੜੇ ਜ਼ੀਰੋ ਐਮਿਸ਼ਨ ਵਾਲੇ, ਜ਼ੀਰੋ ਐਮਿਸ਼ਨ ਵਾਲੇ। ਸੋ ਜਿਹੜੇ ਇਸ ਵੇਲੇ ਟਰੱਕ ਕੋਈ ਵੀ ਟਰੱਕ ਹੈਗਾ ਜਿਹੜਾ ਕੈਲੀਫੋਰਨੀਆ ਦੇ, ਜੇ ਤੁਸੀਂ ਦੇਖਣਾ ਚਾਹੁੰਦੇ ਆ ਤੇ ਕਾਰਬ ਦੀ ਵੈਬਸਾਈਟ ਹੈਗੀ ਆ, ਜੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਦੇ ਆ ਕਾਰਬ ਟਰੱਕ ਸਟਾਪ, ਤੇ ਉਹਨਾਂ ਦੀ ਵੈਬਸਾਈਟ ਹੈਗੀ ਆ। ਉਹਦੇ ਤੇ ਤੁਸੀਂ ਆਪਣਾ ਇੰਜਨ ਦਾ ਜਿਹੜਾ ਈਅਰ ਤੇ ਮਾਡਲ ਤੇ ਫੈਮਿਲੀ ਨੇਮ ਪਾ ਕੇ ਤੁਸੀਂ ਦੇਖ ਸਕਦੇ ਕਿ ਤੁਹਾਡਾ ਟਰੱਕ ਜਿਹੜਾ ਉਹ ਕਦੋਂ ਤੱਕ ਵੈਲਿਡ ਹੈਗਾ, ਕਦੋਂ ਤੱਕ ਚੱਲਣਾ ਹੈਗਾ। ਤੇ ਜਿਹੜਾ ਰੀਬਿਲਟ ਦਾ ਹੈਗਾ, ਰੀਬਿਲਟ ਜਿਹੜਾ ਹੈਗਾ ਉਹ ਇੰਜਨ ਦੇ ਮੇਕ ਐਂਡ ਮਾਡਲ ਤੇ ਹੀ ਚੱਲਣਾ ਹੈਗਾ। ਸੋ ਉਹ ਜੇ ਰੀਬਿਲਡ ਕੀਤਾ ਹੈਗਾ ਤੇ ਰੀਬਿਲਡ ਕਰਨ ਦਾ ਉਹ ਨਹੀਂ ਹੈਗਾ ਕਿ ਉਹਨੂੰ ਨਵੇਂ ਸਿਰਿਓਂ ਫਿਰ ਉਹਨੂੰ ਲਾਈਫ ਮਿਲ ਜਾਂਦੀ ਆ। ਉਹ ਉੱਥੇ ਹੀ ਜਿਹੜਾ ਉਹਦਾ ਓਰੀਜਨਲ ਮੇਕ ਐਂਡ ਮਾਡਲ ਉੱਦਾਂ ਹੀ ਚੱਲਦਾ।
ਜੀ। ਸੋ ਠੀਕ ਹੈ ਬਿਲਕੁਲ ਰਮਨ ਜੀ, ਇੱਕ ਮੰਗਲਵਾਰ ਨੂੰ ਨਾ এনवायरमेंटल ਪ੍ਰੋਟੈਕਸ਼ਨ ਏਜੰਸੀ ਜਿਹੜੀ EPA ਆ, ਉਹਨਾਂ ਨੇ ਨਵੇਂ ਸਟੈਂਡਰਡ ਸੈਟਅਪ ਕੀਤੇ ਆ ਹੈਵੀ ਡਿਊਟੀ ਕਮਰਸ਼ੀਅਲ ਵਹੀਕਲ ਦੀ, ਜਿਹੜੀਆਂ 2027 ਦਾ ਮਾਡਲ ਹੋਣਾ ਆ। ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਲਿਮਿਟ ਕੀਤੀ ਆ ਉਹ ਨਾਈਟ੍ਰੋਜਨ ਆਕਸਾਈਡ ਐਮਿਸ਼ਨ ਨੂੰ ਘਟਾਉਣ ਦੇ ਲਈ। ਹਾਂਜੀ 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 ਤੇ ਉਹਦੇ ਚ ਏਜੰਸੀ ਨੇ ਇਹ ਵੀ ਰਿਕੁਆਇਰ ਕੀਤਾ ਵੀ ਜਿਹੜੇ OEMs ਆ ਉਹਨਾਂ ਦੀ ਵਾਰੰਟੀ 4.5 ਲੱਖ ਮੀਲ ਤੱਕ ਹੋਊਗੀ ਨਵੇਂ ਟਰੱਕਸ ਦੀ, ਜੋ ਕਿ ਹੁਣ 1 ਲੱਖ ਤਾਈਂ ਆ, ਤੇ ਉਹਦੀ ਯੂਜ਼ਫੁਲ ਲਾਈਫ ਲਿਮਿਟ 6.5 ਲੱਖ ਮੀਲ ਤੱਕ ਆ, ਜਿਹੜੀ ਕਿ ਹੁਣ 4,35,000 ਮੀਲ ਤੱਕ ਆ। ਹਾਂਜੀ, ਆਪਾਂ 2 ਪ੍ਰੋਗਰਾਮ ਪਹਿਲਾਂ ਇਹ ਚੀਜ਼ ਆਪਾਂ ਕੀਤੀ ਸੀਗੀ ਗੱਲ ਇਹਦੇ ਬਾਰੇ ਦੇ ਵਿੱਚ, ਜੀ ਤੇ ਉਹਦੇ 'ਚ ਦੱਸਿਆ ਸੀਗਾ, ਡਿਟੇਲਸ ਦੱਸੀਆਂ ਸੀਗੀਆਂ ਕਿ ਕਿਹੜੀਆਂ ਹੈਗੀਆਂ ਔਰ ਕਿੱਥੇ ਤੱਕ ਇਹਦੀਆਂ ਡਿਟੇਲਸ ਜਿਹੜੀਆਂ ਲਾਗੂ ਹੋਣੀਆਂ, ਔਰ ਵਾਰੰਟੀ ਬਾਰੇ ਆਪਾਂ ਗੱਲ ਕੀਤੀ ਸੀਗੀ। ਪਰ ਡੈਫੀਨੇਟਲੀ ਜਿਹੜਾ ਹੈਗਾ ਆ, ਇਹ ਚੀਜ਼ ਹੈਗੀ ਆ ਕਿ ਇਹਦੇ ਉੱਤੇ ਜਿਹੜਾ ਕੰਮ ਹੈਗਾ, ਜਿਹੜਾ EPA ਹੈਗੀ ਆ, EPA ਵੀ ਹੁਣ ਬੇਸਿਕਲੀ ਉਸ ਚੀਜ਼ ਦੇ ਉੱਤੇ ਨਜ਼ਰ ਰੱਖ ਰਹੀ ਹੈ, ਕਿਉਂਕਿ ਅਲਟੀਮੇਟਲੀ ਜਿਹੜਾ ਕਾਰ ਦਾ ਜੋ ਵੀ ਕੁਛ ਹੋ ਰਿਹਾ ਹੈਗਾ, ਉਹ ਉਸ ਮਤਲਬ ਕਿ ਪੂਰੀਆਂ ਜਿਹੜੀਆਂ ਅਮਰੀਕਨ ਜਿਹੜਾ ਮਾਰਕੀਟ ਪਲੇਸ ਹੈਗਾ, ਉਹ ਸਾਰੇ ਦੇ ਵਿੱਚ ਹੀ ਲਾਗੂ ਹੋਣਾ ਹੈਗਾ ਅਲਟੀਮੇਟਲੀ। ਪਹਿਲਾਂ ਕੈਲੀਫੋਰਨੀਆ ਕਰਦੀ ਹੈਗੀ ਆ, ਫਿਰ ਕੁਛ ਇੱਕ ਸਟੇਟ ਕਰਦੀਆਂ ਹੈਗੀਆਂ, ਫਿਰ ਹੌਲੀ ਹੌਲੀ ਉਹਨੂੰ ਬਾਕੀ ਸਾਰੇ ਲਾਗੂ ਕਰਦੇ ਆ। ਸੋ ਹੁਣ ਜਿਹੜਾ EPA ਹੈਗਾ, ਉਹਨਾਂ ਨੇ ਵੀ ਉਹ ਜਿਹੜਾ ਰਾਹ ਉਹ ਫੜ ਲਿਆ ਹੈਗਾ। ਜੀ ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਇੱਕ ਤਾਂ ਇਨਫੋਰਮੇਸ਼ਨ ਸ਼ੇਅਰ ਕਰਨੀ ਸੀਗੀ ਲੋਕਾਂ ਨੂੰ, ਆਪਣੇ ਭਰਾਵਾਂ ਸਾਰਿਆਂ ਨੂੰ, ਕਿ ਬਈ ਇਸ ਟਾਈਮ ਬਹੁਤ ਅਲਰਟ ਰਹਿਣ ਦੀ ਲੋੜ ਆ। ਫਰਾਡ ਬਹੁਤ ਜ਼ਿਆਦਾ ਹੋ ਰਹੇ ਨੇ, ਬ੍ਰੋਕਰੇਜ ਨਵੇਂ ਬ੍ਰੋਕਰ ਬਹੁਤ ਆ ਗਏ ਨੇ ਮਾਰਕੀਟ ਵਿੱਚ। ਲਾਸਟ ਵੀਕ ਮੇਰੇ ਨਾਲ ਹੈਪਨ ਹੋਇਆ ਜੀ। ਪੈਪਸੀਕੋ ਐਂਡ ਕੰਪਨੀ ਕਰਕੇ ਮੈਂ ਲੋਡ ਬੋਰਡ ਤੋਂ ਲੋਡ ਬੁੱਕ ਕੀਤਾ। ਮੇਰੀ ਫੈਕਟਰਿੰਗ ਕੰਪਨੀ ਨੇ ਵੀ ਸਭ ਕੁਛ ਉਹਨਾਂ ਦਾ ਰੈਕਟ ਚੈੱਕ ਕੀਤਾ। ਉਹਨਾਂ ਨੇ ਕਿਹਾ ਜੀ ਹਾਂਜੀ ਠੀਕ ਹੈ, ਤੁਸੀਂ ਲੋਡ ਇਹਨਾਂ ਨੂੰ ਕਰ ਸਕਦੇ। ਮੈਂ ਸੈਟਅਪ ਕਰਕੇ ਲੋਡ ਬੁੱਕ ਕੀਤਾ ਜੀ। ਲੋਡ ਚੱਕ ਕੇ ਮੈਂ ਮੈਰੀਲੈਂਡ ਨੂੰ ਜਾ ਰਿਹਾ ਸੀਗਾ, ਤੇ ਰਾਹ 'ਚ ਮੈਨੂੰ ਕੋਈ ਪੇਮੈਂਟ ਦੀ ਲੋੜ ਪੈ ਗਈ। ਮੈਂ 50% ਐਡਵਾਂਸ ਆਪਣੀ ਫੈਕਟਰਿੰਗ ਕੰਪਨੀ ਤੋਂ ਲਿਆ। ਉਹਨਾਂ ਨੂੰ ਜਦੋਂ ਮੈਂ ਅਪਲਾਈ ਕੀਤਾ, ਤੇ ਉਹਨਾਂ ਨੇ ਚੈੱਕ ਕੀਤਾ ਕਿ ਉਹ ਲੋਡ ਪੈਪਸੀ ਐਂਡ ਕੰਪਨੀ ਦਾ ਹੈ ਹੀ ਨਹੀਂ ਸੀ, ਉਹ ਲੋਡ JB ਹੰਟ ਦਾ ਸੀ। ਤੇ ਭਾਜੀ ਉਹਨਾਂ ਨੇ ਮੈਨੂੰ ਪੇਮੈਂਟ ਦੇਣ ਤੋਂ ਮਨਾ ਕਰਤਾ। ਮੈਂ ਨਿਊ ਮੈਕਸੀਕੋ ਡਰਾਈਵਰ ਆਲਰੇਡੀ ਕ੍ਰੋਸ ਕਰ ਚੁੱਕਾ ਸੀਗਾ, ਤੇ ਪਤਾ ਕੀਤਾ ਤੇ ਜੀ ਉਹਨਾਂ ਦਾ ਸੀਗਾ। ਤੇ ਉਹਨਾਂ ਨਾਲ JB ਹੰਟ ਨਾਲ ਜਦੋਂ ਰਾਬਤਾ ਕੀਤਾ, ਤਾਂ ਉਹ ਕਹਿੰਦਾ ਅਸੀਂ ਤੇ ਇਹ ਲੋਡ 4,500 ਤੋਂ ਉੱਪਰ ਦਿੰਦੇ ਨਹੀਂ, ਇਹ ਤੁਹਾਨੂੰ ਲੋਡ 6800 ਦਾ ਕਿਹਨੇ ਦਿੱਤਾ। ਬੜੀ ਫਾਈਟ ਹੋਈ ਜੀ। ਉਸ ਤੋਂ ਬਾਅਦ ਉਹਨਾਂ ਨੇ 6000 'ਚ ਮੇਰੇ ਨਾਲ ਨੈਗੋਸੀਏਸ਼ਨ ਕੀਤੀ। ਤੇ ਉਹ ਜਿਹੜੇ ਪੈਪਸੀ ਵਾਲੇ ਜਿਹੜੇ ਕੰਪਨੀ ਵਾਲੇ ਸੀਗੇ, ਉਹ ਨਾ ਉਹਨਾਂ ਦੀਆਂ ਈਮੇਲ ਉਹਨਾਂ ਦੀਆਂ ਮੈਨੂੰ ਬਾਅਦ 'ਚ ਉਹਨਾਂ ਨੇ ਮੇਰੀਆਂ ਚੱਕੀਆਂ, ਨਾ ਉਹਨਾਂ ਨੇ ਮੇਰੀ ਕਾਲ ਚੱਕੀ। ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਜ਼ਿਆਦਾ ਫਰੋਡ ਹੋ ਰਿਹਾ। ਬੀ ਅਲਰਟ ਕਿ ਤੁਸੀਂ ਜਦੋਂ ਸ਼ਿਪਰ ਕੋਲ ਜਾਓ, ਜੋ ਸਾਨੂੰ JB ਹੰਟ ਵਾਲਿਆਂ ਨੇ ਕਿਹਾ, ਉਹਨਾਂ ਨੇ ਦੱਸਿਆ ਕਿ ਇਹਦਾ ਇੱਕੋ ਹੀ ਇੱਕ ਸੋਲਿਊਸ਼ਨ ਹੈ ਕਿ ਜਦੋਂ ਸ਼ਿਪਰ ਕੋਲ ਜਾਓ, ਉਹਦੇ ਕੋਲੋਂ ਮੇਕ ਸ਼ੋਰ ਕਰੋ ਕਿ ਤੁਹਾਡਾ ਜਿਹੜਾ ਆ ਬ੍ਰੋਕਰ ਕਿਹੜਾ ਆ। ਜੀ ਥੈਂਕ ਯੂ ਜੀ। ਦੋ ਚੀਜ਼। ਹਾਂਜੀ, ਥੈਂਕ ਯੂ ਜੀ। ਜੀ ਰਮਨ ਜੀ, ਦਰਸ਼ਕਨ ਜਿਹੜਾ ਫਰਾਡ ਹੈਗਾ ਇਸ ਵੇਲੇ, ਖਾਸ ਕਰਕੇ ਆ ਪੈਪਸੀ ਦੇ ਲੋਡ ਜਿਹੜੇ ਹੈਗੇ ਆ, ਇਹ ਕੰਪਨੀ ਜਿਹੜੀਆਂ ਹੈਗੀਆਂ, ਇਹ ਬਹੁਤ ਜਿਹੜੀਆਂ ਫਰਾਡ ਹੋ ਰਿਹਾ ਹੈਗਾ। ਇੱਕ ਹੋਰ ਚੀਜ਼ ਮੈਂ ਦੱਸਣੀ ਚਾਹੁੰਦਾ ਆ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਤੇ ਆਪਣੀ ਕੰਪਨੀਜ਼ ਨੂੰ ਵੀ, ਜਿਹੜੀਆਂ ਤੁਸੀਂ ਇਨਫੋਰਮੇਸ਼ਨ ਜਿਹੜੀ ਆਪਣੇ ਆਊਟਸੋਰਸਿੰਗ ਹੋ ਰਹੀ ਹੈ ਇਸ ਵੇਲੇ, ਜਿਹੜੀਆਂ ਇਨਫੋਰਮੇਸ਼ਨ ਆਊਟਸੋਰਸਿੰਗ ਦੇ ਵਿੱਚ ਬਾਹਰ ਜਾ ਰਹੀ ਹੈਗੀ ਆ, ਉਹ ਬਹੁਤ ਪ੍ਰੋਬਲਮੈਟਿਕ ਹੈਗੀ ਆ ਇਸ ਵੇਲੇ। ਜਿਹੜੀਆਂ ਰੀਸੈਂਟ ਵੀਕਸ ਦੇ ਵਿੱਚ ਮੈਂ ਰਿਸਰਚ ਕੀਤੀ ਹੈਗੀ ਆ, ਜਾਂ ਮੈਂ ਇਨਫੋਰਮੇਸ਼ਨ ਮੈਨੂੰ ਮਿਲੀ ਹੈਗੀ ਆ, ਉਹਦੇ ਵਿੱਚ ਮੈਂ ਦੱਸਦਾ ਕਿ ਜਿਹੜੀਆਂ ਕੰਪਨੀਜ਼ ਆਊਟਸੋਰਸਿੰਗ ਕਰ ਰਹੀਆਂ ਹੈਗੀਆਂ, ਦੇ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਉਹਨਾਂ ਦਾ ਡਾਟਾ ਕਿਹਨਾਂ ਹੱਥਾਂ 'ਚ ਜਾ ਰਿਹਾ ਹੈਗਾ ਔਰ ਕਿਸ ਤਰ੍ਹਾਂ ਜਾ ਰਿਹਾ ਹੈਗਾ। ਇੱਕ ਚੀਜ਼ ਹੋਰ ਹੈਗੀ ਆ, ਬਹੁਤ ਇੰਟਰਸਟਿੰਗ ਪਤਾ ਲੱਗੀ ਆ ਕਿ ਜਦੋਂ ਤੁਸੀਂ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ, ਉਹ ਆਪਣਾ ਪੇਰੋਲ ਵੀ ਆਊਟਸੋਰਸ ਕਰ ਰਹੀਆਂ ਹੈਗੀਆਂ ਬਾਹਰਲੀ ਕੰਟਰੀ ਦੇ ਵਿੱਚ। ਤੇ ਜਿਹੜੀ ਤੁਹਾਡੀ ਪਬਲਿਕ ਇਨਫੋਰਮੇਸ਼ਨ ਦੇ ਤਹਿਤ ਜਿਹੜੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੈ ਕਿਸੇ ਵੀ ਡਰਾਈਵਰ ਦੀ, ਦੈਟ ਮੀਨ ਸੋਸ਼ਲ ਸਿਕਿਉਰਿਟੀ, ਡਰਾਈਵਰ ਲਾਇਸੈਂਸਿਸ, ਹੋਰ ਕਈ ਕੁਛ ਜਿਹੜਾ ਆ, ਜਦੋਂ ਇਹ ਤੁਸੀਂ US ਤੋਂ ਬਾਹਰ ਤੁਸੀਂ ਕਿਸੇ ਕੰਟਰੀ ਨੂੰ ਦਿੰਦੇ ਆ, ਭੇਜਦੇ ਆ, ਤੁਹਾਨੂੰ US ਗਵਰਨਮੈਂਟ ਦੀ ਪਰਮਿਸ਼ਨ ਚਾਹੀਦੀ ਹੈਗੀ ਆ ਟੂ ਡਾਟਾ ਟ੍ਰਾਂਸਫਰ ਦੇ ਲਈ। ਅੱਛਾ। ਸੋ ਹਾਂਜੀ, ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਤੁਹਾਡੇ ਕੋਲ, ਤੁਹਾਡੀ ਕੰਪਨੀ ਕੋਲ ਪ੍ਰੋਪਰ ਪਰਮਿਸ਼ਨ ਨਹੀਂ ਹੈਗੀ, ਤੇ ਦੈਟ ਕੁਡ ਬੀ ਅ ਬਿਗ ਪ੍ਰੋਬਲਮ ਫॉर ਯੂ, ਜਿਹੜੀਆਂ ਕੰਪਨੀਆਂ ਆਊਟਸੋਰਸਿੰਗ ਕਰਦੀਆਂ ਹੈਗੀਆਂ। ਸੋ ਤੁਸੀਂ ਆਪਣੇ ਤੌਰ ਤੇ ਉੱਤੇ ਆਊਟਸੋਰਸਿੰਗ ਕਰ ਰਹੇ ਹੈਗੇ ਆ, ਕਿਸੇ ਰਿਲਾਇਬਲ ਕੰਪਨੀ ਦੇ ਥਰੂ ਆਊਟਸੋਰਸਿੰਗ ਕਰ, ਕਿੱਥੋਂ ਤੁਸੀਂ ਕਰ ਰਹੇ ਹੈਗੇ ਆ ਔਰ ਕਿੱਦਾਂ ਤੁਸੀਂ ਇਨਫੋਰਮੇਸ਼ਨ ਫਲੋ ਕਰ ਰਹੇ, ਕਿਉਂਕਿ ਮੈਜੋਰਟੀ ਜਿਹੜਾ ਇਸ ਵੇਲੇ ਡਾਟਾ ਹੈਗਾ,
ਉਹ ਆਊਟਫਲੋ ਹੋ ਰਿਹਾ ਹੈਗਾ ਔਰ ਪਰਸਨਲ ਇਨਫੋਰਮੇਸ਼ਨ ਆਊਟਫਲੋ ਹੋ ਰਹੀ ਹੈਗੀ ਆ ਔਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਬਹੁਤ ਡੈਮੇਜਿੰਗ ਬਣਨਗੀਆਂ ਆਉਣ ਵਾਲੇ ਸਮੇਂ ਦੇ ਇਹ ਵਿੱਚ। ਤਾਂ ਦੇਖਿਓ ਵੀ ਹੁਣ ਉਹਨਾਂ ਦੇ ਬੈਂਕ ਅਕਾਊਂਟ ਵੀ ਉਹਨਾਂ ਕੋਲ, ਰਾਊਟਿੰਗ ਨੰਬਰ, ਅਕਾਊਂਟ ਨੰਬਰ, ਸਾਰਾ ਕੁਛ ਆ। ਇਹ ਡੇਟ ਤਾਂ ਆਫ ਬਰਥ, ਐਡਰੈਸ, ਸੋਸ਼ਲ ਸਿਕਿਉਰਿਟੀ ਸਾਰਾ ਹੀ ਆ। ਐਡਰੈਸ ਰਾਜਨ ਪ੍ਰੋਬਲਮ ਇਹ ਆ ਰਹੀ ਹੈਗੀ ਆ ਕਿ ਮਤਲਬ ਮੈਨੂੰ ਕਾਲਸ ਰਿਸੀਵ ਹੋ ਰਹੀਆਂ ਪੰਜਾਬ ਤੋਂ ਕਿ ਅਸੀਂ ਕੰਪਨੀ ਖੋਲਣੀ ਆ, ਟਰੱਕਿੰਗ ਕੰਪਨੀ ਖੋਲਣੀ, ਐਮਸੀ ਨੰਬਰ ਲੈਣਾ ਆ ਤੇ ਕਿੱਦਾਂ ਲਈ। ਦੇਖੋ ਮਤਲਬ ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਜਿਸ ਹਿਸਾਬ ਦੀਆਂ ਕਾਲਸ ਜਿਹੜੀਆਂ ਆ ਰਹੀਆਂ ਹੈਗੀਆਂ ਇਸ ਵੇਲੇ ਔਰ ਜਿਸ ਹਿਸਾਬ ਦੀ ਇਨਫੋਰਮੇਸ਼ਨ ਮੈਂ ਰਿਸਰਚ ਕੀਤੀ ਹੈਗੀ ਆ, ਜਿਹੜੀ ਸਟੱਡੀ ਕੀਤੀ ਹੈਗੀ ਆ, ਉਹਦੇ ਹਿਸਾਬ ਦੇ ਨਾਲ ਜੇ ਦੇਖੀਏ ਤੇ ਇਹ ਜਿਹੜੀ ਚੀਜ਼ ਹੈਗੀ ਆ ਇਹ ਬੜੀ ਕ੍ਰਿਟੀਕਲ ਹੈਗੀ ਆ। ਹੈ ਵੀ ਇਲੀਗਲ। ਹਾਂਜੀ, ਬਿਗ ਟਾਈਮ ਇਲੀਗਲ ਹੈਗੀ ਆ। ਤੁਸੀਂ ਜਦੋਂ ਇਨਫੋਰਮੇਸ਼ਨ ਟ੍ਰਾਂਸਫਰ ਕਰਦੇ ਹੈਗੇ ਆ, ਡਾਟਾ ਟ੍ਰਾਂਸਫਰ ਕਰਦੇ ਹੈਗੇ ਜਿਹਦੇ ਵਿੱਚ ਪਰਸਨਲ ਇਨਫੋਰਮੇਸ਼ਨ ਹੈਗੀ ਆ ਤੇ ਤੁਹਾਨੂੰ ਯੂਐਸ ਗਵਰਨਮੈਂਟ ਦੇ ਲਾਜ਼ ਦੇ ਅਕੋਰਡਿੰਗਲੀ ਉਹ ਕਰਨਾ ਪੈਣਾ ਤੇ ਉਹਦੀ ਤੁਹਾਨੂੰ ਰਿਟਨ ਪਰਮਿਸ਼ਨ ਚਾਹੀਦੀ ਆ, ਤੁਹਾਨੂੰ ਲਾਇਸੈਂਸ ਚਾਹੀਦਾ ਗਵਰਨਮੈਂਟ ਕੋਲੋਂ। ਤੇ ਉਹਦੇ ਉੱਤੇ ਇਹ ਆ ਕਿ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਕਾਲ ਸੈਂਟਰ ਜਾਂ ਤੁਸੀਂ ਆਪਣਾ ਆਫਿਸ ਚਲਾ ਰਹੇ ਹੈਗੇ ਆ ਉਹਦੇ ਤੇ ਸੇਫਟੀ ਮੈਜਰਸ ਕਿੱਦਾਂ ਦੇ ਹੈਗੇ ਆ, ਉੱਥੇ ਤੁਸੀਂ ਕੀ ਪ੍ਰੋਟੈਕਸ਼ਨ ਲਾਈ ਹੈਗੀ ਆ ਕਿ ਜਿਹੜਾ ਇੱਥੋਂ ਦਾ ਯੂਐਸ ਸਿਟੀਜ਼ਨ ਦਾ, ਯੂਐਸ ਨਾਗਰਿਕ ਦਾ ਜਿਹੜਾ ਡਾਟਾ ਹੈਗਾ ਉਹਨੂੰ ਤੁਸੀਂ ਕਿੱਦਾਂ ਪ੍ਰੋਟੈਕਟ ਕਰ ਰਹੇ ਹੈਗੇ। ਸੋ ਮਤਲਬ ਇਹ ਚੀਜ਼ ਅੱਜ ਮੈਂ ਡੈਫੀਨੇਟਲੀ, ਚਲੋ ਚੰਗਾ ਹੋ ਗਿਆ ਇਹਨਾਂ ਨੇ ਕਾਲ ਜਿਹੜੀ ਫਰਾਡ ਦੀ ਹੈ, ਫਰਾਡ ਹੋ ਰਿਹਾ, ਪਰ ਕਿਉਂ ਹੋ ਰਿਹਾ ਫਰਾਡ, ਕਿੱਦਾਂ ਹੋ ਰਿਹਾ ਹੈ ਨਾ, ਇਹਦੀਆਂ ਜੇ ਜੜ੍ਹਾਂ 'ਚ ਜਾਈਏ ਆਪਾਂ ਤੇ ਆਹ ਬਹੁਤ ਵੱਡਾ ਰੀਜ਼ਨ ਬਣ ਰਿਹਾ ਹੈਗਾ ਕਿਉਂਕਿ ਕੰਪਨੀਆਂ ਆਪਣਾ ਡਾਟਾ ਜਿਹੜਾ ਓਪਨਲੀ ਉੱਥੇ ਦੇ ਰਹੀਆਂ ਹੈਗੀਆਂ। ਇਹ ਇੱਦਾਂ ਹੀ ਆ ਹਰਜੋਤ ਜੀ, ਰਮਨ ਜੀ, ਤੁਸੀਂ ਜਿੱਦਾਂ ਚੇਂਜ ਦੀ ਗੱਲ ਕੀਤੀ ਸੀ ਉਸੇ ਦੌਰ 'ਚੋਂ ਨਿਕਲੇ ਜਦੋਂ ਸਾਰੇ ਕਾਲ ਸੈਂਟਰ ਉੱਥੇ ਹੁੰਦੇ ਸੀ, ਲੋਕਾਂ ਦੇ ਕ੍ਰੈਡਿਟ ਕਾਰਡ ਇਨਫੋਰਮੇਸ਼ਨਾਂ ਸਾਰੀਆਂ ਉੱਥੇ ਹੁੰਦੀਆਂ ਸੀ, ਬਾਅਦ 'ਚ ਬੰਦੇ ਫੜ ਹੁੰਦੇ ਸੀ ਉੱਧਰੋਂ ਵੀ ਉਹਨਾਂ ਨੇ ਇੰਨੇ ਦਾ ਜਿਹੜਾ ਧੋਖਾ ਕਰਤਾ, ਇੰਨੇ ਦਾ ਲੁੱਟ ਲਿਆ, ਇੰਨੇ ਦਾ ਇੱਦਾਂ ਜਿਹੜਾ ਉਹ ਕਰਤਾ। ਸੋ ਭਾਈ ਇਹ ਤਾਂ ਬਹੁਤ ਬਚ ਕੇ ਚੱਲਣ ਵਾਲਾ ਜਿਹੜਾ ਇਹ ਵਕਤ ਹੈਗਾ ਆ। ਟਿਕਟੋਕ ਦੇ ਨਾਲ ਸਰਕਾਰ ਦਾ ਰੌਲਾ ਕਾਹਦਾ ਆ? ਇਨਫੋਰਮੇਸ਼ਨ ਦਾ ਹੀ ਆ। ਉਹਦੇ ਵਿੱਚ ਤਾਂ ਅਜੇ ਲੋਕਾਂ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਨਹੀਂ ਆ, ਇਹ ਤਾਂ ਲੋਕਾਂ ਦੀ ਕਿੱਥੇ ਜਾਂਦੇ ਆ, ਕੀ ਵਰਤਦੇ ਆ, ਕਿਉਂਕਿ ਟਿਕਟੋਕ ਤੁਹਾਡੇ ਫੋਨ ਦੇ ਉੱਤੇ ਰਹਿ ਕੇ ਤੁਹਾਡੀਆਂ ਚੀਜ਼ਾਂ ਜਿਹੜੀਆਂ ਉਹ ਦੇਖਦਾ ਰਹਿੰਦਾ ਆ। ਸੋ ਡਾਟਾ ਚੋਰੀ ਦਾ ਹੀ ਰੌਲਾ ਆ ਵੀ ਸਰਕਾਰਾਂ ਦੂਜੀਆਂ ਦੇ ਕੋਲ ਜਿਹੜਾ ਉਹ ਜਾ ਰਿਹਾ ਹੈ ਉਹ ਕਿੱਦਾਂ ਵਰਤਣਗੇ। ਸੋ ਭਾਈ ਬਚ ਕੇ, ਇੱਥੇ ਦੀਆਂ ਬਹੁਤ ਸਾਰੀਆਂ ਲੋਕਲ ਕੰਪਨੀਆਂ ਹੈਗੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਹੀ ਵਰਕ ਕਰਦੀਆਂ, ਸੋ ਉਹਨਾਂ ਨੂੰ ਉਸ ਚੀਜ਼ ਦੇ ਲਈ ਜਿਹੜਾ ਤੁਸੀਂ ਵਰਤ ਸਕਦੇ ਆ। ਨਹੀਂ ਰਾਜਨ, ਤੁਸੀਂ ਆਊਟਸੋਰਸਿੰਗ ਕਰੋ ਪਰ ਪ੍ਰੋਪਰ ਢੰਗ ਦੇ ਨਾਲ ਕਰੋ, ਜਿੱਥੇ ਤੁਸੀਂ ਪਰਸਨਲ ਇਨਫੋਰਮੇਸ਼ਨ ਭੇਜੀ ਹੈਗੀ ਆ। ਔਰ ਇੱਕ ਇੰਟਰਸਟਿੰਗ ਫੈਕਟ ਹੋਰ ਵੀ ਪਤਾ ਲੱਗਾ ਰਾਜ ਕਿ ਇੰਡੀਆ ਦੇ ਵਿੱਚ ਵੀ ਜਦੋਂ ਉੱਥੇ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਕੋਈ ਕਾਲ ਸੈਂਟਰ ਟਾਈਪ ਚੱਲ ਰਿਹਾ ਜਾਂ ਕੋਈ ਇੱਦਾਂ ਦਾ ਆਊਟਸੋਰਸਿੰਗ ਵਾਲਾ ਚੱਲ ਰਿਹਾ, ਉਹ ਬੜੀ ਰੇਡ ਕਰਦੇ ਹੈਗੇ ਆ ਅਨਨੈਸੈਸਰੀਲੀ। ਉੱਥੇ ਉਹ ਵੀ ਤੰਗ ਕਰਦੇ ਹੈਗੇ, ਆਣ ਕੇ ਉਹ ਵੀ ਚੈੱਕ ਕਰਦੇ ਹੈਗੇ ਕਿ ਤੁਹਾਡੇ ਕੋਲ ਕੀ ਪ੍ਰੀਕਾਸ਼ਨਸ ਹੈ। ਮਤਲਬ ਉਹ ਤਾਂ ਚੈੱਕ ਹੀ ਕਰਨਾ ਹੁੰਦਾ, ਮਤਲਬ ਕਿ ਤੁਹਾਨੂੰ ਆਪਾਂ ਨੂੰ ਪਤਾ ਹੀ ਆ ਵੀ ਉਹ ਕੱਢ ਲਈ ਆਉਂਦੇ ਹੈਗੇ ਆ। ਪਰ ਉੱਥੇ ਇਹ ਪ੍ਰੋਬਲਮ ਜਿਹੜੀਆਂ ਆਉਣੀਆਂ ਸ਼ੁਰੂ ਹੋ ਰਹੀਆਂ ਹੈਗੀਆਂ ਕਿ ਜਿਹੜੀਆਂ ਉੱਥੇ ਦੀਆਂ ਲੋਕਲ ਪੁਲਿਸ ਸਟੇਸ਼ਨ ਹੈਗੀਆਂ, ਗਵਰਨਮੈਂਟਸ ਹੈਗੀਆਂ, ਉਹਨਾਂ ਨੂੰ ਵੀ, ਕਿਉਂਕਿ ਜਦੋਂ ਫਰਾਡ ਦੇ ਬਾਰੇ 'ਚ ਰੌਲਾ ਪੈਂਦਾ ਤੇ ਫਰਾਡ ਦੀਆਂ ਜਿਹੜੀਆਂ ਤਾਰਾਂ ਜਦੋਂ ਜਾ ਕੇ ਉੱਥੇ ਜੁੜਦੀਆਂ ਤੇ ਸਾਰਾ ਕੁਝ ਜੁੜਦਾ, ਫਿਰ ਉੱਥੇ ਵੀ ਐਕਸ਼ਨ ਜਿਹੜੀਆਂ ਉੱਥੋਂ ਦੀਆਂ ਪੁਲਿਸ ਡਿਪਾਰਟਮੈਂਟ ਐਕਸ਼ਨ ਲੈਂਦਾ, ਪਰ ਉੱਥੋਂ ਦੀ ਪੁਲਿਸ ਡਿਪਾਰਟਮੈਂਟ ਐਕਸ਼ਨ ਕਿਸੇ ਹੋਰ ਰੀਜ਼ਨ ਲਈ ਲੈਂਦੀ ਆ। ਤੇ ਇਸ ਕਰਕੇ ਮੈਂ ਬਿਲਕੁਲ ਕਹੂੰਗਾ ਕਿ ਜਿੰਨੀਆਂ ਵੀ ਕੰਪਨੀਆਂ ਆਊਟਸੋਰਸ ਕਰਦੀਆਂ ਹੈਗੀਆਂ, ਬੀ ਵੈਰੀ ਕੇਅਰਫੁਲ ਕਿ ਤੁਸੀਂ ਕੀ ਕਰ ਰਹੇ ਹੈਗੇ, ਕਿਸ ਤਰ੍ਹਾਂ ਕਰ ਰਹੇ ਹੈਗੇ, ਤੇ ਬੀ ਕੰਪਲਾਈਂਸ ਦੇ ਵਿੱਚ ਰਹਿ ਕੇ ਕਰੋ। ਆਪਣੇ ਕੋਲ ਹੋਰ ਕਾਲਰ ਜਿਹੜੇ ਆਪਾਂ ਉਹਨਾਂ ਨਾਲ ਗੱਲਾਂ ਕਰਦੇ ਹਾਂ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਸਨੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ। ਬਾਈ ਜੀ ਹੁਣ ਆਹ ਟੌਪਿਕ ਚੱਲਿਆ ਸੀ, ਮੈਂ ਦੋ ਕੁ ਗੱਲਾਂ ਦੱਸਣੀਆਂ ਸੀਗੀਆਂ। ਇੱਕ ਤਾਂ ਨਾ ਜਿਹੜੇ ਆਪਣੇ ਟਰੱਕਾਂ ਵਾਲੇ ਨੇ ਜਿੰਨੇ ਵੀ ਨੇ, ਚਲੋ ਹੋਰ ਵੀ ਜਿੰਨੇ ਨੇ, ਆਪਦੇ ਨਾ ਸਾਰੇ ਪੈਸੇ ਬਾਈ ਜੀ ਚੈਕਿੰਗ ਅਕਾਊਂਟ 'ਚ ਨਾ ਰੱਖਿਆ ਕਰਨ, ਸੇਵਿੰਗ 'ਚ ਰੱਖੋ। ਜਿਵੇਂ ਹੁਣ ਤੁਸੀਂ ਦੱਸਿਆ ਵੀ ਡੇਟਾ ਬਾਹਰ ਜਾਂਦਾ, ਇੱਥੇ ਕਿਸੇ ਮੁੰਡੇ ਦਾ ਅਕਾਊਂਟ ਖਾਲੀ ਹੋਇਆ ਵਾ। ਅੱਛਾ। ਤੇ ਕਿਉਂਕਿ ਜਿਹੜਾ ਹੁਣ ਤੁਹਾਡੇ ਚੈੱਕ, ਜਿਵੇਂ ਹੁਣ ਮੰਨ ਲਓ ਆਪਾਂ ਨੂੰ ਮਹੀਨੇ ਦਾ ਪਤਾ ਹੀ ਹੁੰਦਾ ਜੀ ਵੀ ਮੇਰੀਆਂ ਇੰਨੇ ਕੁ ਦੀਆਂ ਪੇਮੈਂਟਾਂ ਜਾਂਦੀਆਂ, ਫੋਰ ਐਗਜ਼ਾਮਪਲ 6-7 ਹਜ਼ਾਰ ਦੀਆਂ ਜਾਂਦੀਆਂ ਨੇ, ਤਾਂ 10 ਕੁ ਹਜ਼ਾਰ ਆਪਦਾ ਚੈਕਿੰਗ 'ਚ ਰੱਖ ਕੇ ਬਾਕੀ ਜਿਹੜੇ ਹੁਣ ਟਰੱਕਾਂ ਟਰੁੱਕਾਂ ਵਾਲਿਆਂ ਨੂੰ ਚੈੱਕ ਚੁੱਕ ਆਉਂਦੇ ਨੇ ਇਕੱਠਾ, ਕਈ ਵਾਰ 2-3 ਗੇੜੇ ਦਾ ਲੈਂਦੇ, 10-15 ਹਜ਼ਾਰ ਦਾ, 20 ਦਾ, ਕਈ ਵਾਰ ਇਕੱਠੇ ਪੈਸੇ ਹੋ ਜਾਂਦੇ ਹਨ। ਸੋ ਬਾਕੀ ਸੇਵਿੰਗਸ 'ਚ ਰੱਖੋ ਜੀ, ਸੇਮ ਬੈਂਕ ਦੇ। ਉਹਦਾ ਤੁਸੀਂ ਐਪ ਖੋਲ ਕੇ 1 ਸੈਕਿੰਡ ਦੇ ਵਿੱਚ ਜੇ ਤੁਹਾਨੂੰ ਚਾਹੀਦੇ ਵੀ ਆਪਾਂ ਟਰਾਂਸਫਰ ਕਰ ਸਕਦੇ ਹਾਂ। ਤੇ ਦੂਜੀ ਗੱਲ ਬਾਈ ਜੀ, ਜਿਹੜੀ ਇਹ ਬਾਈ ਜੀ ਨੇ ਦੱਸਿਆ ਹੁਣੀ ਇੱਕ ਫਰਾਡ ਹੋਇਆ ਵਾ, ਇਹ ਮੇਰੇ ਚਾਚੇ ਨਾਲ ਮੈਂ ਅੱਗੇ ਦੱਸਿਆ ਜੀ, ਸੇਮ ਹੋਇਆ ਸੀ। ਉਹਨਾਂ ਨੂੰ ਕਿਹਾ ਲੋਡ ਨਾ ਵਾਪਸ ਕਰੇ, ਕਿਉਂਕਿ ਸਾਡਾ ਮੇਰੇ ਚਾਚੇ ਨਾਲ ਹੋਇਆ ਸੀਗਾ। ਅਸੀਂ ਉਹਨੂੰ ਕਹਿਤਾ ਸੀਗਾ ਬਰੋਕਰ ਨੂੰ ਵੀ ਤੇਰਾ ਲੋਡ ਆ, ਸਾਡੇ ਟ੍ਰੇਲਰ 'ਚ ਲੋਡ ਪਿਆ ਵੀ ਤੁਹਾਡੇ, ਤੂੰ ਜਿਹੜੇ ਕੈਰੀਅਰ ਨੂੰ ਲੋਡ ਦਿੱਤਾ ਕਿਸੇ ਨੂੰ, ਉਹਨੇ ਗਾਹਾਂ ਟ੍ਰਿਪਲ ਬਰੋਕਰੇਜ, ਡਬਲ ਬਰੋਕਰੇਜ ਕੀਤੀ ਆ ਵੀ ਇਹ ਸਾਡੀ ਪ੍ਰੋਬਲਮ ਨਹੀਂ ਹੈਗੀ। ਅਸੀਂ ਐਮਸੀ ਪਾ ਕੇ ਚੈੱਕ ਕਰਕੇ ਲਿਆ ਵੀ ਜੇ ਤੈਨੂੰ ਤੇਰਾ ਲੋਡ ਵਾਪਸ ਚਾਹੀਦਾ, ਸਾਨੂੰ ਇੰਨੇ ਪੈਸੇ ਚਾਹੀਦੇ ਆ। ਉਦੋਂ ਹੀ ਰੇਟ ਬਹੁਤ ਡੈਡ ਸੀਗੇ
ਰਮਨ ਬਾਈ ਜੀ, ਉਦੋਂ ਉਹਨੇ ਲੋਡ ਜੀ। ਦਿੱਤਾ ਸੀ 6500 ਦਾ, ਪਰ ਉਹ ਬੰਦਾ ਕਹਿੰਦਾ ਜਿਹੜਾ ਮੇਨ ਬ੍ਰੋਕਰ ਸੀਗਾ ਨਬਰਾਸਕਾ ਦਾ ਸੀ, ਮੇਰਾ ਨਾਂ ਨਹੀਂ ਯਾਦ ਆ ਰਿਹਾ ਤੇ ਮੈਂ ਤੁਹਾਨੂੰ ਬਾਅਦ ਚੋਂ ਟੈਕਸਟ ਕਰ ਦੂੰ। ਉਹ ਬੰਦਾ ਕਹਿੰਦਾ ਮੈਂ ਤੁਹਾਨੂੰ ਇਹ ਲੋਡ 6500 ਦਾ ਦਿੰਨਾ। ਆਪਣਾ ਕੋਈ ਪੰਜਾਬੀ ਬੰਦਾ ਸੀਗਾ ਇੱਥੇ ਫਰੈਜ਼ਨੋ ਦਾ, ਜਿਹਨੇ ਉਹਨੂੰ ਪੱਕਾ ਕੈਰੀਅਰ ਦਿੱਤਾ ਹੋਇਆ ਸੀਗਾ। ਕਹਿੰਦਾ ਅੱਜ ਤੋਂ ਬਾਅਦ ਕਹਿੰਦਾ ਉਹ ਕੈਰੀਅਰ ਦਾ ਕਹਿੰਦਾ ਗਿਆ, ਕਹਿੰਦਾ ਹੁਣ ਮੈਨੂੰ ਹੋਰ ਕੈਰੀਅਰ ਲੱਭਣਾ ਪੈਣਾ ਕਹਿੰਦਾ ਇਸ ਕੰਟਰੈਕਟ ਲਈ, ਜੇ ਤੁਹਾਡੇ ਕੋਲ ਟਰੱਕ ਹੈਗੇ ਆ। ਮਤਲਬ ਉਹ ਬੰਦੇ ਨੇ, ਮੇਨ ਬ੍ਰੋਕਰ ਨੇ, ਜਿਹੜੇ ਕੈਰੀਅਰ ਨੂੰ ਪੱਕੇ ਲੋਡ ਦਿੱਤੇ ਸੀ ਉਹਦਾ ਕੈਰੀਅਰ ਦਾ ਕੰਟਰੈਕਟ ਕੈਂਸਲ ਕੀਤਾ, ਉਹਨੂੰ ਚਾਰਜ ਕੀਤਾ ਕਿਉਂਕਿ ਉਹਨਾਂ ਦੇ ਪੈਸੇ ਪੈਂਡਿੰਗ ਪਏ ਹੁੰਦੇ ਆ। ਤੇ ਮੇਰੇ ਚਾਚੇ ਦੇ ਲੋਡ ਦੇ ਪੈਸੇ ਪੂਰੇ ਦਿੱਤੇ ਆ। ਉਹ ਕਹਿੰਦਾ ਵੀ ਤੂੰ ਡਿਲੀਵਰ ਕਰ, ਆ ਮੇਰੀ ਈਮੇਲ ਆ, ਉਹਨੇ ਰਿਟਨ ਕਨਫਰਮੇਸ਼ਨ ਦਿੱਤੀ ਆ ਵੀ ਲੋਡ ਡਿਲੀਵਰ ਕਰ, ਤੇਰਾ ਜਿੰਨਾ ਤੇਰਾ ਹੋਇਆ ਹੋਊਗਾ। ਤੇ ਰਮਨ ਬਾਈ ਜੀ, ਮੇਨ ਗੱਲ ਜ਼ਰੂਰੀ ਮੈਂ ਤੁਹਾਡੇ ਨਾਲ ਇਹ ਕਰਨੀ ਸੀ, ਚਲੋ ਤੁਸੀਂ ਤਾਂ ਨਾਪਟਾ ਨੂੰ ਰਿਪਰੈਜ਼ੈਂਟ ਕਰਦੇ ਹੋ ਬਾਈ ਜੀ, ਜਿਹੜੇ ਡੈਟ ਵਾਲਿਆਂ ਨੂੰ ਤੁਸੀਂ ਜੇ ਕੰਟੈਕਟ ਕਰੋ ਵੀ ਕਿਸੇ ਦੀ MC ਨੰਬਰ ਕੋਈ ਪੋਸਟ ਕਰਕੇ ਕਿਵੇਂ ਲੋਡ ਤੁਹਾਡੇ ਪੋਸਟ ਕਰ ਸਕਦਾ, ਕਿਉਂਕਿ ਜੇ ਆਪਾਂ ਅਕਾਊਂਟ ਬਣਾਉਣੇ ਆ, ਮੰਨ ਲਓ ਮੇਰੀ MC ਨੰਬਰ ਆ, ਮੈਂ ਜਦੋਂ ਆਪਦਾ ਅਕਾਊਂਟ ਲੌਗਇਨ ਕਰਾਂ ਤਾਂ ਮੇਰੀ MC ਨੰਬਰ ਉੱਥੇ ਪੱਕਾ ਹੀ ਹੋ ਜਾਵੇ ਵੀ ਉਹ ਮੈਂ ਮਿਟੇ ਨਹੀਂ ਸਕਦਾ ਜੀ। ਤੇ ਜੇ ਕਿਸੇ ਦੀ MC ਨੰਬਰ ਜਿਹਦੇ ਨਾਲ ਰਜਿਸਟਰਡ ਆ ਉਹ ਆਪਦੇ ਅਕਾਊਂਟ ਤੇ ਪੋਸਟ ਕਰਦਾ, ਜਣਾ ਖਣਾ ਬਾਈ ਜੀ ਅਕਾਊਂਟ ਬ੍ਰੋਕਰ ਦਾ ਡੈਟ ਤੇ ਸਾਈਨ ਅਪ ਕਰਦਾ, ਜਿਹਦੀ ਮਰਜ਼ੀ MC ਪਾ ਕੇ ਲੋਡ ਚੁਕਾਈ ਜਾਂਦਾ। ਹਾਂ, ਇਹ ਗੱਲ ਸੈਪਰੇਟਲੀ ਹੈਗੀ, ਆਪਾਂ ਰੀਚ ਆਊਟ ਕਰ ਸਕਦੇ ਹਾਂ, ਕੋਈ ਹੈਗੇ ਆ ਉਹਦੇ ਕੰਟੈਕਟਸ ਹੈਗੇ ਆ, ਸੋ ਆਪਾਂ ਨੂੰ ਰੀਚ ਆਊਟ ਕਰ ਸਕਦੇ ਹਾਂ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਡੈਫੀਨੇਟਲੀ ਜਿਹੜੇ ਆਪਣੀ ਇੱਕ ਗੱਲ ਹੈ ਕਿ ਜਿਹੜੀਆਂ ਆਪਣੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਖਾਸ ਕਰਕੇ ਮੈਂ ਜਿਹੜੇ ਓਨਰ ਆਪਰੇਟਰਸ ਕਹੂੰਗਾ ਕਿ ਜਿਨ੍ਹਾਂ ਦੇ ਨਾਲ ਜ਼ਿਆਦਾਤਰ ਜਿਹੜੀ ਛੋਟੀ ਕੰਪਨੀਆਂ 1 2 5 ਟਰੱਕ ਵਾਲੀਆਂ ਕੰਪਨੀ, ਉਹਨਾਂ ਨਾਲ ਹੁੰਦਾ ਥੋੜ੍ਹਾ ਜਿਹਾ ਆਪਣਾ ਲੈਗ ਵਰਕ, ਆਪਣਾ ਹੋਮਵਰਕ ਜ਼ਰੂਰ ਕਰਿਆ ਕਰੋ ਲੋਡ ਲੈਣ ਤੋਂ ਪਹਿਲਾਂ, ਕਾਹਲੀ ਨਾ ਵਰਤਿਆ ਕਰੋ। ਇਸ ਕਰਕੇ ਮੈਜੋਰਟੀ ਟਾਈਮ ਜਿਹੜਾ ਫਰਾਡ ਹੁੰਦਾ ਆ ਉਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਾਹਲੀ ਵਰਤੀ ਜਾਂਦੇ ਜ਼ਿਆਦਾ ਪੈਸੇ ਦੇਖ ਕੇ। ਜਿੱਦਾਂ ਕਿ ਪਿਛਲੇ ਕਾਲਰ ਨੇ ਗੱਲ ਕੀਤੀ ਸੀ ਕਿ ਅਸੀਂ ਉਹ JB Hunt ਕਹਿੰਦਾ ਕਿ ਅਸੀਂ 4500 ਤੋਂ ਵੱਧ ਨਹੀਂ ਦਿੰਦੇ, ਸਾਨੂੰ 6800 ਦਾ ਮਿਲਿਆ ਸੀ ਇਹਨਾਂ ਨੂੰ। ਹਾਂ, ਸੋ ਉਹ ਇਸ ਕਰਕੇ ਬਾਈ ਜੀ ਆਪਣੇ ਕਈ ਬੰਦਿਆਂ ਨੂੰ ਟੈਕਨੋਲੋਜੀ ਦਾ ਇੰਨੀ ਨੌਲੇਜ ਹੈ ਨਹੀਂ ਗੀ ਨਾ, ਪਰ ਉਹ ਤਾਂ ਚਲੋ ਹੁੰਦਾ ਹੀ ਆ। ਪਰ ਜਿਵੇਂ ਹੁਣ ਨਾਪਟਾ ਬਾਈ ਜੀ ਕੰਮ ਕਰਦੀ ਆ ਟਰੱਕਾਂ ਵਾਲੀ, ਤੇ ਮੈਂ ਤਾਂ ਰਿਕੁਐਸਟ ਹੀ ਸੀਗੀ ਵੀ ਜਿਵੇਂ ਆਪਣੇ ਉਹਨਾਂ ਨਾਲ ਕੋਈ ਇਹ ਹੋਣਾ ਚਾਹੀਦਾ ਵਾ ਵੀ ਡੈਟ ਦਾ, ਵੀ ਜਿਹੜੇ ਬ੍ਰੋਕਰ ਨੇ ਅਕਾਊਂਟ ਸਾਈਨ ਅਪ ਕਰ ਲਿਆ ਉਹਦੀ MC ਪੱਕੀ ਵੀ ਇਹਦੇ ਵਿੱਚ ਫੀਡੂ, ਤੁਸੀਂ MC ਨਹੀਂ ਚੇਂਜ ਕਰ ਸਕਦੇ, ਲੋਡ ਦੀ ਇਨਫੋਰਮੇਸ਼ਨ ਜੋ ਮਰਜ਼ੀ ਪਾਈ ਚੱਲੋ, ਤਾਂ ਕਿ ਕੋਈ ਕਿਸੇ ਦੀ MC ਯੂਜ਼ ਨਾ ਕਰ ਸਕੇ ਜੀ। ਗੁੱਡ ਸੁਜੈਸ਼ਨ ਆ, ਤੇ ਜਿੱਦਾਂ ਕਿਹਾ ਰਮਨ ਹੋਣਾ ਨੇ ਜੋ ਕੰਟੈਕਟ 'ਚ ਹੁੰਦੇ ਉਹਨਾਂ ਦੇ, ਤੇ ਜ਼ਰੂਰ ਉਹਨਾਂ ਨੂੰ ਸੁਜੈਸਟ ਕਰੀਏ। ਥੈਂਕ ਯੂ ਸਨੀ। ਥੈਂਕ ਯੂ ਜੀ, ਥੈਂਕ ਯੂ, ਬੜੀ ਥੈਂਕ ਯੂ ਸਨੀ। ਮਿਹਰਬਾਨੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਿਮੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਭਾਈ ਮੈਂ ਇੱਕ ਦੱਸਣੀ ਸੀਗੀ ਓਨਟਾਰੀਓ ਦੇ ਵਿੱਚ, ਮੈਂ ਤਾਂ ਵੈਸੇ ਹੁਣ ਓਨਟਾਰੀਓ 'ਚ ਰਹਿੰਦਾ। ਓਨਟਾਰੀਓ ਦੇ ਵਿੱਚ ਆਲਮੋਸਟ ਸਾਰੇ ਟਰੱਕਾਂ ਦੇ ਵਿੱਚ ਇਨ ਤੇ ਆਊਟ ਕੈਮਰੇ ਲੱਗੇ ਆ। ਤੇ ਹੁਣ ਹੋਇਆ ਕੀ ਹੈ ਕਿ ਮੈਨੂੰ ਕਿਸੇ ਦੋਸਤ ਨੇ ਐਗਜ਼ਾਮਪਲ ਹੀ ਦਿੱਤੀ ਆ, ਕਹਿੰਦੇ ਕਿ ਗੱਡੀ ਦਾ ਐਕਸੀਡੈਂਟ ਮੋਸਟ ਸਾਰਾ। ਆਵਾਜ਼ ਕੱਟ ਰਹੀ ਹੈ ਜਿਮੀ ਤੁਹਾਡੀ, ਮੈਨੂੰ ਲੱਗਦਾ ਕਿਸੇ ਉਹੋ ਜਿਹੀ ਥਾਂ ਤੇ ਆ ਜਿੱਥੇ ਸਿਗਨਲ ਘੱਟ ਤੇ ਦੁਬਾਰਾ ਜਿਵੇਂ ਪਲੀਜ਼ ਕਾਲ ਕਰ ਲਿਓ, ਤੁਹਾਡੀ ਆਵਾਜ਼ ਬਿਲਕੁਲ ਨਹੀਂ ਇਸ ਟਾਈਮ ਜਿਹੜੀ ਉਹ ਆ ਰਹੀ, ਤੇ ਟਰਾਈ ਕਰਿਓ ਦੁਬਾਰਾ ਕਾਲ ਕਰ ਲਿਓ, ਨੰਬਰ 408 272 5200। ਤੇ ਅਗਲੇ ਕਾਲਰ ਉਹਨਾਂ ਵੱਲ ਆਪਾਂ ਵੱਧਦੇ ਉਨੀ ਦੇਰ ਤੱਕ, ਤੇ ਜਿਮੀ ਹੁਣਾਂ ਨਾਲ ਦੁਬਾਰਾ ਕੰਟੈਕਟ ਕਰਦੇ ਹਾਂ। ਕਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਤਿੰਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਆਪਣਾ ਮੈਂ ਫਰੋਡ ਦੀ ਗੱਲ ਕਰਨੀ ਸੀ। ਲਾਸਟ ਵੀਕ ਮੇਰੇ ਨਾਲ ਵੀ ਹੋਇਆ ਵੀਰ ਜੀ, ਉਹ ਕਿਸੇ ਨੂੰ ਸ਼ਾਇਦ ਕਿਸੇ ਹੋਰ ਭਰਾ ਦਾ ਹੀ ਭਲਾ ਹੋ ਜੇ। ਮੈਂ ਨਾ ਮਿਆਮੀ ਤੋਂ ਲੋਡ ਚੱਕਿਆ ਸੀ ਵੀਰ ਜੀ, ਆਪਣਾ LA ਦਾ $6000 ਦਾ। ਤੇ ਵੀਰ ਜੀ ਉਹ ਜਦੋਂ ਮੈਂ ਲੋਡ ਚੱਕਿਆ, ਪਹਿਲਾਂ ਤਾਂ ਬ੍ਰੋਕਰ ਕਰਦਾ ਸੀ ਨਾਲ ਦੀ ਨਾਲ ਪੇਪਰ ਮੰਗਾ ਕੇ ਤੇ ਆਪਣਾ ਫਿਊਲ ਪ੍ਰਾਈਸ ਲਏ ਔਰ ਦੌੜ ਜਾਂਦੇ ਸੀ। ਹੁਣ ਇਹ ਬੰਦੇ ਨੇ ਕੀ ਫਰੋਡ ਕੀਤਾ, ਉਹ ਪੇਪਰ ਸਾਰੇ ਕੋਲ ਲੋਡ ਲੈ ਲਿਆ, ਸਾਰੇ ਪੇਪਰ ਮੰਗਾ ਲਏ। ਬਾਈ ਮੈਨੂੰ ਮੈਸੇਜ ਮਾਰਿਆ, ਮੈਂ ਕਿਹਾ ਪੇਮੈਂਟ ਕਦੋਂ ਭੇਜੇਗਾ ਮੇਰੇ ਵੱਲ? ਕਹਿੰਦਾ ਆਈ ਡੋਂਟ ਨੋ ਸਰ। ਮੈਨੂੰ ਉਦੋਂ ਹੀ ਸ਼ੱਕ ਪੈ ਗਿਆ ਭਾਜੀ। ਮੈਂ ਮੁੜ ਕੇ ਫਿਰ ਉਹ ਬਿੱਲਾਂ ਉੱਤੇ ਦੇਖਿਆ, ਉਹਦੇ ਤੇ ਲਿਖਿਆ ਜੀ ਜੋਨ J ਜ਼ੀਰੋ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਇੱਦਾਂ ਕਰਕੇ ਜੀ ਮੈਂ ਲੋਡ ਬੁੱਕ ਕੀਤਾ, ਤੁਸੀਂ ਤੁਹਾਡਾ ਹੈਗਾ? ਕਹਿੰਦੇ ਹਾਂ। ਕਹਿੰਦੇ ਆਪਾਂ ਇਹ ਲੋਡ $4000 ਦਾ ਦਿੱਤਾ। ਇਹਨਾਂ ਵੀ ਇਹ ਜਿਹੜਾ ਲੋਡ ਹੈ $4000 ਦਾ ਹੈਗਾ, ਤੇ ਆਪਾਂ ਇਹ ਸਕੈਮ ਆ, ਆਪਾਂ ਬੰਦੇ ਨੂੰ ਦਿੱਤਾ ਹੈ ਲੋਡ, ਉਹ ਸੇਮ ਯੂਨਾਈਟਿਡ ਭਾਜੀ, ਉਹ ਕਿਸੇ ਹੋਰ ਨੇ ਵੀ ਚੱਕਿਆ, 2 ਲੋਡ ਨੇ ਉਹਦਾ ਨਾਂ ਯੂਨਾਈਟਿਡ ਫਰਾਈਟ, ਤੇ ਉਹ $4200 ਦਾ ਲੋਡ ਆ। ਮੈਂ ਆਪਣੇ ਪੈਸੇ ਮੰਗਾ ਲਏ ਨੇ, ਹੁਣ ਉਹਨੇ ਦੋਨੋਂ ਹੋਲਡ ਕਰਤੇ ਆ। ਕਿਸੇ ਹੋਰ ਆਪਣੇ ਪੰਜਾਬੀ ਭਰਾ ਨੇ ਜੇ ਚੱਕਿਆ ਹੋਇਆ ਤੇ ਧਿਆਨ ਰੱਖਣਾ, ਯੂਨਾਈਟਿਡ ਫਰਾਈਟ ਦਾ ਲੋਡ ਹੈਗਾ, ਪੇਪਰਾਂ ਉੱਤੇ ਲਿਖਿਆ ਜੋਨ J ਜ਼ੀਰੋ, ਤੇ ਉਹਨੂੰ ਓਰੀਜਨਲ ਪੇਪਰ ਭੇਜ ਕੇ। ਹਾਂਜੀ ਹਾਂਜੀ ਜੀ ਤੁਹਾਡੀ ਗੱਲ ਸੁਣ ਤੇ ਮੈਂ ਪਹਿਲਾਂ ਹੀ ਕਹਿਤਾ ਕਿ ਤੁਸੀਂ ਫਰਾਡ 'ਚ ਫਸਣਾ ਹੈਗਾ, ਕਿਉਂਕਿ 6000 ਦਾ ਲੋਡ ਫਲੋਰੀਡਾ ਤੋਂ ਕੈਲੀਫੋਰਨੀਆ ਨੂੰ ਕਦੀ ਨਹੀਂ ਆਉਂਦਾ ਹੈਗਾ। ਇਹ ਪਹਿਲਾ ਸਾਈਨ ਹੈਗਾ ਫਰਾਡ ਦਾ। ਟੂ ਗੁੱਡ ਟੂ ਬੀ ਟਰੂ। ਉਹ ਤਾਂ ਸੀ, ਪਰ ਉਹ ਵੀ ਇੱਕ ਹੋਰ ਇਨਫੋਰਮੇਸ਼ਨ, ਉਹ ਖਾਲੀ ਈਮੇਲ ਤੇ ਗੱਲ ਕਰਦਾ ਸੀਗਾ, ਫੋਨ ਤੇ ਗੱਲ ਹੀ ਨਹੀਂ ਕਰਦਾ ਸੀ। ਜਿਹੜੇ ਹੁਣ ਈਮੇਲ ਦੇ ਲੋਡ ਲੱਗੇ ਨੇ,
ਹਾਂਜੀ ਤੁਸੀਂ ਰਮਨ ਜੀ। ਮੇਨ ਰੈੱਡ ਫਲੈਗ ਨੂੰ ਕਹਿੰਦੇ ਉਹ ਤਾਂ ਠੀਕ ਆ, ਮੇਨ ਰੈੱਡ ਫਲੈਗ ਨੂੰ ਉਹ ਤਾਂ ਠੀਕ ਆ, ਪਰ ਉਹ ਰੈੱਡ ਫਲੈਗ ਆ। ਜਦੋਂ 6000 ਦਾ ਲੋਡ ਲੱਗਾ ਤੁਹਾਡੇ ਦੀ ਲੋਡ ਕਰਨਾ ਜ਼ਰੂਰ, ਉਹ ਬਿਲਕੁਲ ਰੈੱਡ ਫਲੈਗ ਆ ਪਹਿਲਾਂ ਹੀ, ਉੱਥੇ ਹੀ ਬੰਦ ਹੋ ਜਾਣਾ ਚਾਹੀਦਾ ਤੁਹਾਡਾ ਫੋਨ, ਈਮੇਲ ਕਰਨੀ ਸਭ ਕੁਝ ਬੰਦ ਹੋ ਜਾਣਾ ਚਾਹੀਦਾ, ਕਿਉਂਕਿ ਉਹ ਰੈੱਡ ਫਲੈਗ ਆ। ਉਹ ਤਾਂ ਮਤਲਬ ਆ ਲੋਡ ਨਾ ਕਰੋ, ਉਹਨੂੰ ਈਮੇਲ ਕਰੋ, ਫੋਨ ਕੁਛ ਨਾ ਕਰੋ, ਉਹ ਲੋਡ ਕਰਨ ਵਾਲਾ ਹੈ ਨਹੀਂ ਤੁਹਾਡੇ। ਨਹੀਂ ਧਿਆਨ ਰੱਖਣਾ, ਜਿੱਦਾਂ ਤੁਸੀਂ ਵੀ ਕਿਹਾ ਸੀ ਲੈਗ ਵਰਕ ਹੋਣਾ ਜਿਹੜਾ ਉਹ ਜ਼ਰੂਰੀ ਆ। ਧਿਆਨ ਰੱਖੋ, ਜਿੰਨੇ ਸੁਚੇਤ ਰਹੋਗੇ ਉਨਾ ਬਚਾਅ ਹੋਊਗਾ। ਹੁਣ ਦੇਖੋ ਜਿੰਨੀਆਂ ਕਾਲਾਂ ਦੇ ਵਿੱਚੋਂ ਦੂਜੇ ਜਾਣੇ ਆ ਗਏ ਜਿਹੜੇ ਫਰਾਡ ਦਾ ਸ਼ਿਕਾਰ ਹੋਣ ਵਾਲੇ ਸੀ, ਇੱਕ ਹੋ ਗਏ। ਰਾਜਕਿਰਨ ਇੱਥੇ ਰਾਜਕਿਰਨ ਮੈਂ ਤੈਨੂੰ ਇੱਕ ਗੱਲ ਦੱਸਦਾ ਕਿ ਜੇ ਰਿਐਲਿਟੀ ਦੇ ਵਿੱਚ ਸਾਡੀ ਕਮਿਊਨਿਟੀ ਸਾਨੂੰ ਕਾਲ ਕਰਨ ਲੱਗੇ ਨਾ, ਸ਼ਾਇਦ ਆਪਣਾ ਸਾਰਾ ਪ੍ਰੋਗਰਾਮ ਸਿਰਫ ਫਰਾਡ ਦੀਆਂ ਕਾਲਾਂ ਚੱਲੇ ਜੋ ਜਿੰਨਾ ਫਰਾਡ ਹੋ ਰਿਹਾ। ਫਰਾਡ ਦੱਸ ਨਹੀਂ ਰਿਹਾ ਬੰਦਾ ਇੱਕ ਦੂਜੇ ਨੂੰ। ਬਹੁਤ ਬੰਦੇ ਹੈਗੇ ਜਿਨ੍ਹਾਂ ਦਾ ਫਰਾਡ ਹੋ ਰਿਹਾ, ਕਈ ਬੰਦੇ ਬਿਲਕੁਲ ਝੱਕ ਜਾਂਦੇ ਦੱਸਣੋਂ, ਕਈ ਬੰਦੇ ਸਿਰਫ ਇਹ ਸੋਚ ਕੇ ਦੱਸ ਦਿੰਦੇ ਚੱਲ ਯਾਰ ਜੋ ਵੀ ਹੋਇਆ ਠੀਕ ਹੈ, ਹੋ ਗਿਆ, ਗੱਲ ਖਤਮ ਬਚਾਅ ਹੋ ਗਿਆ। ਪਰ ਇਹ ਜਿਹੜੀ ਚੀਜ਼ ਆ, ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਚੱਲੋ। ਜੇ ਤੁਹਾਨੂੰ ਮਤਲਬ ਮੈਂ ਅਨਹਰਡ ਆਫ, ਮੈਨੂੰ 4200 ਦਾ ਰੇਟ ਵੀ ਜਿਹੜਾ, ਉਹ ਵੀ ਮੈਂ ਕਹਿੰਦਾ ਵੀ 4000 ਦਾ ਰੇਟ ਵੀ ਜਿਹੜਾ ਫਲੋਰੀਡਾ ਜੋ ਆ ਨਾ, ਉਹ ਵੀ ਅਨਹਰਡ ਆ, ਉਹ ਹੈ ਨਹੀਂ ਗਾ ਲੋਡ ਦਾ ਰੇਟ। ਜਿਹੜਾ ਲੋਡ ਦਾ ਰੇਟ ਉੱਥੋਂ ਜਿਹੜਾ 6000 ਮਿਲਣਾ, ਉਹ ਇੱਕ ਸਿਰਫ ਇਹੋ ਹੀ ਆ ਵੀ ਸਿੱਧਾ ਨਾ ਕਰ ਦਿਓ ਇਹਨੂੰ, ਇਹ ਫ੍ਰੀ 'ਚ ਹੀ ਲੈ ਕੇ ਜਾਣਾ ਇਹਨਾਂ ਨੇ ਲੋਡ। ਵੱਧ ਕਹਿ ਕੇ ਥੈਂਕ ਯੂ ਕਰਮਜੀਤ ਜੀ। ਤੇ ਚਲੋ ਦੱਸਿਆ ਤੁਸੀਂ, ਤੇ ਧਿਆਨ ਰੱਖਿਆ ਕਰੋ। ਆਪਾਂ ਦੱਸਦੇ ਰਹਿੰਦੇ ਹਾਂ ਤੇ ਇੱਕ ਦੂਜੇ ਨਾਲ ਗੱਲ ਕਰਿਆ ਕਰੋ, ਉਹਦੇ ਨਾਲ ਫਰਕ ਪੈਂਦਾ ਆ ਵੀ ਇੱਦਾਂ ਇੱਦਾਂ ਹੋ ਰਿਹਾ। ਬਚਾਅ ਜਿਹੜਾ ਉਹ ਇੱਕ ਦੂਜੇ ਦਾ ਕਰਿਆ ਕਰੋ। ਅਗਲੇ ਕਾਲ ਇੱਕ ਸਵਾਲ ਆਪਣਾ ਫੇਸਬੁੱਕ ਤੇ ਵੀ ਆਇਆ ਹੈਗਾ ਸੈਮ ਟੂਰਨਾ ਦਾ, ਵੀ CNG ਵਾਲੇ ਟਰੱਕ ਜਿਹੜੇ ਆ ਉਹਨਾਂ ਬਾਰੇ ਦੱਸਣਾ ਵੀ ਇਹ ਐਮਾਜ਼ੋਨ ਤੇ UPS ਦੇ ਨਾਲ ਚੱਲਦੇ ਆ। ਤੇ ਜਿਹੜੇ CNG ਵਾਲੇ ਟਰੱਕ ਆ, ਇਹ ਨਾ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਡੁੱਬ ਗਿਆ ਵਿਚਾਰਿਆਂ ਦਾ, ਤੇ ਇਹ ਮਤਲਬ ਕਿ ਬੜੇ ਆਸ ਸੀਗੀ ਇਹਨਾਂ ਤੋਂ, ਪਰ ਇਹ ਪਾਵਰ ਇਹਨਾਂ ਦੀ ਉਨੀ ਵਧੀਆ ਨਹੀਂ ਹੈਗੀ, ਇਸ ਕਰਕੇ ਟਰੱਕ ਜਿਹੜੇ ਉਹਨੇ ਕਾਮਯਾਬ ਨਹੀਂ ਹੋਏ ਹੈਗੇ। ਸੋ CNG ਵਾਲੇ ਟਰੱਕ ਜਾਂ ਡੈਫੀਨੇਟਲੀ ਐਮਾਜ਼ਨ ਜਾਂ UPS ਦੇ ਚੱਲਦੇ ਆ, ਕਿਉਂਕਿ ਉਹ ਲਾਈਟ ਲੋਡ ਦੇ ਉੱਤੇ ਉਹਨਾਂ ਨੂੰ ਲਾਉਂਦੇ ਆ, ਸੋ ਇੰਨੇ ਉਹ ਕਾਮਯਾਬ ਨਹੀਂ ਹੈਗੇ। ਸੋ ਇਸ ਕਰਕੇ ਮੇਰੇ ਖਿਆਲ ਉਹਦੇ ਵਿੱਚ ਗਾਂ ਨਹੀਂ ਵਧੇ। ਉਹ ਮੈਨੂੰ ਯਾਦ ਆ ਯੂਬਾ ਸਿਟੀ ਦੇ ਨਗਰ ਕੀਰਤਨ ਤੋਂ ਵਾਪਸ ਆ ਰਹੇ ਸੀ, ਤੇ ਉਦੋਂ ਮੈਂ ਦੇਖਿਆ ਸੀ, ਉਦੋਂ ਮੈਂ ਬਹੁਤ ਹੈਰਾਨ ਹੋਇਆ ਸੀ। ਪਹਿਲੀ ਵਾਰੀ ਨੈਚੁਰਲ ਗੈਸ ਵਾਲਾ ਜਿਹੜਾ ਇਹ ਟਰੱਕ ਦੇਖਿਆ ਸੀ, ਬਾਅਦ ਚ ਮਨ ਚੋਂ ਵਿਸਰ ਗਿਆ, ਪਰ ਦੇਖਿਆ ਜ਼ਰੂਰ ਸੀ ਇੱਕ ਵਾਰੀ, ਪਰ ਬਹੁਤ ਘੱਟ। ਨਹੀਂ ਉਹ ਹੈਗੇ ਆ, ਮਤਲਬ ਹੈਗੇ ਆ ਇਹਦੇ UPS ਦੇ ਐਮਾਜ਼ਨ ਦੇ ਚੱਲਦੇ। ਉਹ ਪਿੱਛੇ ਨਾ ਕੈਬ ਦੇ ਪਿੱਛੇ ਡੇ ਕੈਬ ਆ, ਉਹਦੇ ਪਿੱਛੇ ਵੱਡਾ ਸਾਰਾ ਬਾਕਸ ਹੁੰਦਾ ਖੜਾ ਹੈ ਤੌਰ ਤੇ, ਉਹ ਨੈਚੁਰਲ ਗੈਸ ਵਾਲੇ ਆ, ਚੱਲਦੇ ਆ ਟਰੱਕ। ਆਪਣੀਆਂ ਜਿਹੜੇ ਲਾਈਟ ਵੇਟ ਹੈਗੇ ਆ ਲੋਡ ਉਹਨਾਂ ਚ ਹੁੰਦੇ ਆ, ਹੈਵੀ ਵੇਟ ਨਹੀਂ ਚੱਲਦੇ। ਫਲੈਟ ਸਰਵਿਸਿਜ਼ ਦੇ ਲਈ ਰੱਖੇ ਇਹਨਾਂ ਨੇ ਇਸ ਹਿਸਾਬ ਨਾਲ। ਜਿਮੀ, ਹਾਂਜੀ ਜਿਮੀ। ਹੈਲੋ, ਹਾਂਜੀ ਜਿਮੀ। ਹੈਲੋ, ਹਾਂਜੀ ਹਾਂਜੀ। ਇਹ ਕਿ ਕਿਊਬੈਕ ਦੇ ਵਿੱਚ ਓਨਟਾਰੀਓ ਦੇ ਵਿੱਚ ਨਾ ਲਾਅ ਦੋਨੋਂ ਡਿਫਰੈਂਟ ਆ। ਕਿਊਬੈਕ ਅਪੋਜ਼ ਕਰਦਾ ਇਨ ਕੈਮਰਾ, ਤੇ ਓਨਟਾਰੀਓ ਦੇ ਵਿੱਚ ਸਾਰੇ ਅੱਜ ਕੱਲ 99% ਅਲਾਉਡ ਹੈਗੇ ਆ। ਮਤਲਬ ਚੱਲ ਹੀ ਨਹੀਂ ਸਕਦੇ ਨਾ ਇਨ ਕੈਮਰਾ ਦੇ ਵਿੱਚ। ਠੀਕ ਹੈ। ਮੇਰਾ ਕੁਐਸਚਨ ਇਹ ਸੀਗਾ ਕਿ ਭਾਜੀ ਕਿ ਹੋਇਆ ਇਹ ਕਿ ਗੱਡੀ ਦੇ ਨਾਲ ਟਰੱਕ ਦਾ ਐਕਸੀਡੈਂਟ ਹੋਇਆ, ਸਾਰੀ ਫਾਲਟ ਗੱਡੀ ਵਾਲੇ ਦੀ ਸੀਗੀ, ਠੀਕ ਹੈ। ਆਊਟਸਾਈਡ ਕੈਮਰੇ ਦੇ ਵਿੱਚ ਸਭ ਕੁਝ ਪਤਾ ਲੱਗਦਾ ਸੀ। ਇਹ ਮੈਨੂੰ ਨਹੀਂ ਕਿਸੇ ਹੋਰ ਨੇ ਦੱਸਿਆ, ਮੇਰੇ ਦੋਸਤ ਨੇ ਦੱਸਿਆ, ਪਤਾ ਨਹੀਂ ਇੱਥੇ ਕਿੰਨੀ ਸੱਚ ਹੈ ਤੇ ਕਿੰਨੀ ਝੂਠ ਹੈ। ਤੇ ਉਹਦਾ ਜਿਹੜਾ ਟਰੱਕ ਡਰਾਈਵਰ ਨੂੰ ਹੀ ਫਾਲਟ ਦੇ ਵਿੱਚ ਗਿਣਿਆ ਗਿਆ, ਕਿਉਂਕਿ ਉਹਦਾ ਇਨਸਾਈਡ ਕੈਮਰਾ ਕੰਮ ਨਹੀਂ ਸੀ ਕਰ ਰਿਹਾ, ਠੀਕ ਹੈ। ਉਹਨੇ ਚੇਪੀ ਲਾਈਆਂ ਹੋਣੀਆਂ। ਤਾਂ ਮੈਂ ਇਹੀ ਪੁੱਛਣਾ ਚਾਹੁੰਦਾ, ਇੱਦਾਂ ਇੰਸ਼ੋਰੈਂਸ ਕੰਪਨੀ ਵਾਲੇ ਇਹ ਗੱਡੀਆਂ ਵਾਲੇ ਇਹ ਇੱਦਾਂ ਕਰ ਸਕਦੇ, ਜੇ ਅੰਦਰ ਕੈਮਰਾ ਲਾਇਆ ਨੇ ਉਹਨੂੰ ਚੇਪੀ ਲਾ ਦਿੰਦੇ ਹੋ, ਤੁਹਾਡਾ ਇੰਸ਼ੋਰੈਂਸ ਕਲੇਮ ਕੋਈ ਵੀ ਰਿਜੈਕਟ ਹੋ ਜਾਏਗਾ? ਜੀ ਦੇਖੋ ਜੀ, ਗੱਲ ਇੱਦਾਂ ਹੈਗਾ ਕਿ ਡੋਂਟ ਨੋ ਅਬਾਊਟ ਦਾ ਸਟੋਰੀ ਕਿ ਟੋਟਲ ਕਹਾਣੀ ਕੀ ਹੈ ਇਹਦੇ ਵਿੱਚ, ਹੈ ਨਾ। ਬਈ ਇਹਦੇ ਚ ਕੀ ਆ ਕਿ ਅੰਦਰਲੇ ਤੇ ਚੇਪੀ ਲੱਗੀ ਸੀ, ਬਾਹਰਲੇ ਤੇ ਵੀ ਲੱਗੀ ਸੀ, ਕੀ ਲੱਗਾ ਸੀ ਕੀ ਨਹੀਂ ਸੀ, ਵੀ ਡੋਂਟ ਨੋ, ਹੈ ਨਾ। ਤੇ ਇਹ ਜਿਹੜਾ ਕੇਸ ਬਾਏ ਕੇਸ ਸਟੱਡੀ ਹੁੰਦੀ ਆ। ਬਟ ਜੇ ਤੁਹਾਡੀ ਕੰਪਨੀ ਨੇ ਤੁਹਾਡੇ ਕੈਮਰਾ ਇੰਸਟਾਲ ਕੀਤਾ ਹੈਗਾ, ਜੇ ਕਿ ਤੁਸੀਂ ਜਿਹੜਾ ਡੈਸ਼ ਕੈਮ ਹੈਗਾ, ਫਰੰਟ ਡੈਸ਼ ਕੈਮ ਹੈਗਾ, ਔਰ ਡਰਾਈਵਰ ਡੈਸ਼ ਕੈਮ ਹੈਗਾ, ਜੇ ਉਹ ਇੰਸਟਾਲ ਕੀਤਾ ਹੈਗਾ ਤੇ ਉਹਨੂੰ ਚੱਲਦਾ ਰੱਖਣਾ ਤੁਹਾਡਾ ਫਰਜ਼ ਹੈਗਾ। ਜੇ ਤੁਸੀਂ ਉਹਨੂੰ ਲੁਕਾਉਣੇ ਆ ਤੇ ਇਟ ਮੀਨਸ ਕਿ ਕਿਉਂ ਲੁਕਾਉਣੇ ਆ, ਤੁਸੀਂ ਕੋਈ ਗਲਤੀ ਕਰ ਰਹੇ ਹੈਗੇ ਆ। ਬਾਕੀ ਰਹਿ ਗਈ ਗੱਲ ਜਿਹੜੀ ਇੰਸ਼ੋਰੈਂਸਿਸ ਦੀ ਹੈਗੀ ਆ, ਉਹਦੇ ਵਿੱਚ ਜਿਹੜੇ ਲਾਇਰਸ ਹੈਗੇ ਆ ਉਹ 32 ਚੀਜ਼ਾਂ ਦੇਖਦੇ ਹੈਗੇ ਆ ਕਿ ਕਿਉਂ ਕੀਤਾ ਗਿਆ, ਕਿਉਂ ਨਹੀਂ ਕੀਤਾ ਗਿਆ, ਕਿੱਦਾਂ ਕੀਤਾ ਗਿਆ। ਸੋ ਡੈਫੀਨੇਟਲੀ ਇਹਦੇ 'ਚ ਆਪਾਂ ਕੁਛ ਨਹੀਂ ਕਹਿ ਸਕਦੇ, ਕਿਉਂਕਿ ਕੇਸ ਬਾਏ ਕੇਸ ਸਟੱਡੀ ਹੁੰਦੀ ਆ। ਆਪਾਂ ਨੂੰ ਪੂਰੀ ਸਟੋਰੀ ਦਾ ਨਹੀਂ ਪਤਾ। ਤੁਹਾਨੂੰ ਕਿਸੇ ਫਰੈਂਡ ਨੇ ਦੱਸੀ ਆ, ਜਦੋਂ ਕਿਸੇ ਫਰੈਂਡ ਕੋਲੋਂ ਕਿਸੇ ਫਰੈਂਡ ਨੂੰ ਸਟੋਰੀ ਆਉਂਦੀ ਆ ਤੇ ਉਹ ਬਹੁਤ ਕੁਛ ਐਡ ਹੋ ਜਾਂਦਾ, ਬਹੁਤ ਕੁਛ ਸਬਟਰੈਕਟ ਹੋ ਜਾਂਦਾ ਉਹਦੇ 'ਚ। ਤੇ ਇਸ ਕਰਕੇ ਮੈਂ ਇੱਥੇ ਕੋਈ ਕਮੈਂਟ ਨਹੀਂ ਕਰੂੰਗਾ, ਕਿਉਂਕਿ ਆਈ ਡੋਂਟ ਨੋ ਦਾ ਹੋਲ ਕੇਸ। ਜੀ ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਵੀਰੇ ਇਹੀ ਕੁਐਸਚਨ ਆ, ਜਿੱਦਾਂ ਆਪਾਂ ਬਰੋਕਰ ਦਾ ਲੋਡ ਚੱਕਦੇ ਆ, ਉਹ ਕਹਿੰਦੇ ਆ ਬਈ ਟਰੈਕਿੰਗ ਕਰਨਾ ਇਹ ਲੀਗਲ ਆ ਜਾਂ ਇਨਲੀਗਲ ਆ? ਟਰੈਕ ਕਰਨਾ ਲੋਡ ਆਪਣਾ?
ਹਾਂਜੀ ਉਹਨਾਂ ਦਾ ਠੀਕ ਜਿਹੜਾ ਹੈ। ਬ੍ਰੋਕਰ ਦਾ ਲੋਡ ਚੱਕਦੇ ਆ ਨਾ ਆਪਾਂ। ਹਾਂਜੀ 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 ਜੀ ਰਮਨ ਜੀ। ਸੋ ਇਹ ਨਵੀਂ ਟੈਕਨੋਲੋਜੀ ਜਿਹੜੀ ਆ ਆਈ ਹੈਗੀ ਆ ਤੇ ਇਲੀਗਲ ਹੈਗਾ ਕਿਉਂਕਿ ਦੇਰ ਪ੍ਰਾਪਰਟੀ ਆ, ਉਹਨਾਂ ਦੀ ਪ੍ਰਾਪਰਟੀ ਹੈਗੀ ਆ, ਉਹ ਟਰੈਕ ਕਰ ਸਕਦੇ ਹੈਗੇ ਆ ਆਪਣੀ ਪ੍ਰਾਪਰਟੀ ਨੂੰ। ਆਬਵੀਅਸਲੀ ਜੋ ਡਰਾਈਵਰ ਨਾਲ ਹੈਗਾ ਪ੍ਰਾਪਰਟੀ ਡਰਾਈਵਰ ਵੀ ਟਰੈਕ ਹੋਣਾ। ਕਈ ਹਾਈ ਵੈਲਿਊ ਲੋਡ ਹੁੰਦੇ ਆ, ਉਹ ਰਿਕੁਆਇਰਡ ਹੁੰਦੇ ਆ ਕਿ ਟਰੈਕ ਕਰਨਾ ਉਹਨਾਂ ਦੇ ਲਈ ਰਿਕੁਆਇਰਮੈਂਟ ਹੁੰਦੀ ਆ। ਸੋ ਜਿਹੜੇ ਕਈ ਬ੍ਰੋਕਰ ਹੈਗੇ ਆ ਉਹ ਅੱਜ ਕੱਲ੍ਹ ਜਿਹੜੀਆਂ ਆਪਾਂ ਐਪਸ ਚੱਲੀਆਂ ਹੈਗੀਆਂ ਉਹ ਡਾਊਨਲੋਡ ਕਰਨ ਨੂੰ ਕਹਿੰਦੇ ਆ ਤੇ ਟਰੈਕਿੰਗ ਹੈਗੀ ਆ। ਟਰੈਕਿੰਗ ਤਾਂ ਦੇਖੋ ਜੀ ਤੁਹਾਡੀ ਇਸ ਵੇਲੇ ELD ਵੀ ਟਰੈਕੇਬਲ ਹੈਗੀ ਆ, ਤੁਹਾਡਾ ਸਾਰਾ ਕੁਝ ਟਰੈਕੇਬਲ ਆ, ਫੋਨ ਟਰੈਕੇਬਲ ਆ, ਐਵਰੀਥਿੰਗ ਟਰੈਕੇਬਲ ਹੈਗੀ ਆ। ਆਈ ਥਿੰਕ ਜਿਹੜੇ illegal ਤਾਂ ਟਰੱਕਿੰਗ ਨਹੀਂ। ਕੰਪਨੀ ਵਾਲੇ ਜਿਹੜੇ ਦੂਜੇ ਜਿਨ੍ਹਾਂ ਦੇ ਡਰਾਈਵਰ ਚੱਲਦੇ ਉਹ ਵੀ ਆਪਣੇ ਟਰੱਕ ਇੱਦਾਂ ਹੀ ਟਰੈਕ ਹੀ ਕਰਦੇ ਨਾਲ ਨਾਲ। ਹਾਂਜੀ ਹਾਂਜੀ ਸਾਰੇ ਹੁਣ ਤਾਂ ਤੁਹਾਡਾ ਸਾਫਟਵੇਅਰ ਇੰਨੇ ਇੰਟੈਲੀਜੈਂਸ ਹੋ ਗਏ ਆ ਕਿ ਤੁਹਾਡੀ ਹਰ ਇੱਕ ਚੀਜ਼ ਜਿਹੜੀ ਟਰੈਕੇਬਲ ਹੈਗੀ ਆ। ਉਹਦਾ ਗੂਗਲ ਵੀ ਉਹਦੀਆਂ ਟਰੈਕ ਕਰਦੀ ਆ। ਹਾਂਜੀ ਉਹ ਰਿਕੁਆਇਰਮੈਂਟ ਹੈਗੀ ਆ ਕਿਸੇ ਵੀ ਲੋਡ ਨੂੰ। ਕਈ ਬ੍ਰੋਕਰਾਂ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਐਪ ਡਾਊਨਲੋਡ ਕਰਨੀ ਹੈ ਤੇ ਟਰੈਕਿੰਗ ਜਿਹੜੀ ਆ ਔਨ ਕਰਨੀ ਹੈ। ਠੀਕ ਹੈ ਜੀ, ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਅਭੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਐਂਡ ਸੁਣਨ ਵਾਲੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਕਿਆ ਸਨੀ ਆਵਾਜ਼ ਦੀ ਕੱਟ ਗੱਲ ਗਈ ਕਰ ਰਹੇ ਸੀਗਾ ਤੇ ਉਹ ਹਾਂਜੀ ਹਾਂਜੀ ਆਵਾਜ਼ ਕੱਟ ਗਈ ਸੀ। ਹਾਂਜੀ ਕੋਈ ਨਹੀਂ, ਹੁਣ ਠੀਕ ਹੈ। ਹਾਂਜੀ ਸਨੀ ਗਰੇਵਾਲ ਮੁੰਡਾ ਕਹਿ ਕੇ ਆਈ ਨਾ MC ਦੀ ਜਿੱਦਾਂ DAP ਜਾਂ ਡੈਟ ਹੈਗਾ ਕੰਪਨੀ ਉਹ ਲੋਡ ਬੋਰਡ ਪ੍ਰੋਵਾਈਡ ਕਰਦੀ ਹੈਗੀ ਆ। ਉਹ ਗੱਲ ਸਹੀ ਕਹਿੰਦਾ ਵੀ ਕੋਸ਼ਿਸ਼ ਉਹਨੂੰ ਵੀ ਇਸ ਚੀਜ਼ ਦੇ ਉੱਪਰ ਵਰਕ ਕਰਨਾ ਚਾਹੀਦਾ ਆ ਵੀ ਹੇਰਾਫੇਰੀ ਨਾ ਹੋ ਸਕੇ। ਦੂਜੇ ਨੰਬਰ ਤੇ ਜਿਹੜੇ ਡੈਟ ਵਾਲੇ ਹੈਗੇ ਇਹਨਾਂ ਨੂੰ ਬਿਜ਼ਨਸ ਦਾ ਮਤਲਬ ਆ। ਹੋਪਫੁਲੀ ਅਗਰ ਅਸੀਂ ਸਾਰੇ ਕਾਲ ਕਰਾਂਗੇ ਵੀ ਇੱਦਾਂ ਨਾ ਫਰੋਡ ਹੁੰਦਾ ਤੇ ਉਹ ਸ਼ਾਇਦ ਉਹਦੇ ਉੱਪਰ ਕੰਮ ਕਰਨ ਕਿਉਂਕਿ ਉਹਨਾਂ ਨੇ ਆਪਣਾ ਬਿਜ਼ਨਸ ਚਲਾਉਣਾ। ਉਹਨਾਂ ਨੂੰ ਇਹ ਮਤਲਬ ਨਹੀਂ ਹੈਗਾ ਵੀ MC ਕਿਸੇ ਦੀ ਕਿੱਦਾਂ ਹੈਗਾ ਕਿਉਂਕਿ ਇਹਨਾਂ ਨੇ ਬਿਜ਼ਨਸ ਲੂਜ਼ ਕਰਨਾ ਹੈ। ਜਿੰਨੇ ਉਹਦੇ ਵਿੱਚ ਜਾ ਕੇ ਲੌਗਇਨ ਐਕਸੈਸ ਲੈਣਗੇ ਉਹਨਾਂ ਨੂੰ ਫਾਇਦਾ ਹੁੰਦਾ ਆ। ਦੂਸਰੇ ਨੰਬਰ ਤੇ ਕੈਮਰੇ ਦੀ ਗੱਲ ਕਰਦੇ ਸੀਗਾ। ਮੈਨੂੰ ਇੱਕ ਥੋੜਾ ਚਿਰ ਹੋਇਆ ਮੁੰਡਾ ਮਿਲਿਆ ਸੀਗਾ ਬੋਸਨੀਆ ਕੰਟਰੀ ਨੂੰ ਬਿਲੋਂਗ ਕਰਦਾ ਆ। ਉਹ ਕਹਿੰਦਾ ਮੈਂ ਮਿਸ਼ੀਗਨ 'ਚ ਜਾਣ ਡਿਆ ਸੀਗਾ ਰਾਈਟ ਲੇਨ ਦੇ ਵਿੱਚ ਤੇ ਪਿੱਛੋਂ ਕਾਰ ਆ ਗਈ। ਉਹਨੇ ਕਾਰ ਨੇ ਕ੍ਰਾਸ ਕਰਕੇ ਮੇਰੇ ਟਰੱਕ ਦੇ ਅੱਗੇ ਇੱਕਦਮ ਲਿਆ ਕੇ ਕਾਰ ਮਾਰਤੀ ਉਹਨੇ ਲੈਫਟ ਲੇਨ ਤੋਂ ਰਾਈਟ ਲੇਨ ਦੇ ਵਿੱਚ। ਤੇ ਮੈਂ ਆਪਣੀ ਨਾਰਮਲ ਸਪੀਡ ਜਾਣ ਡਿਆ ਸੀਗਾ। ਕਹਿੰਦਾ ਪਰ ਉਹਨੇ ਜਿਸ ਹਿਸਾਬ ਨਾਲ ਕਾਰ ਲਿਆਦੀ ਮੈਨੂੰ ਕਹਿੰਦਾ ਬ੍ਰੇਕ ਮਾਰ ਕੇ ਮੈਨੂੰ ਟਰੱਕ ਦਾ ਮੇਰਾ ਸ਼ੋਲਡਰ ਤੇ ਕੱਢਣਾ ਪਿਆ। ਮੇਰਾ ਟਰੱਕ ਮਤਲਬ ਟ੍ਰੇਲਰ ਡਿੱਗ ਪਿਆ ਥੱਲੇ ਨੂੰ, ਮਤਲਬ ਕਾਰ 'ਚ ਵੀ ਵੱਜ ਗਿਆ ਨਾਲ ਹੀ। ਤੇ ਉਹ ਕਾਰ ਵਿੱਚ ਪਿੱਛੇ ਬੰਦੇ ਸੀ ਉਹ 2 ਜਣੇ ਸੀ, ਉਹ ਮਰ ਗਏ ਕਹਿੰਦਾ। ਤੇ ਉਹ ਉਸ ਤੋਂ ਬਾਅਦ ਕਹਿੰਦਾ ਮੈਨੂੰ ਨਾ 17 ਮਹੀਨੇ ਮੈਂ ਜੇਲ੍ਹ 'ਚ ਕੱਟ ਕੇ ਆਇਆ ਤੇ ਉਹ ਟਰੱਕ ਚਲਾਉਂਦਾ ਸੀਗਾ ਹੁਣ ਦਾ ਉਹ। ਤੇ ਉਹ ਕਹਿੰਦਾ ਮੈਂ 17 ਮਹੀਨੇ ਜੇਲ੍ਹ 'ਚ ਰਿਹਾ ਤੇ ਮੇਰਾ $1 ਲੱਖ ਮੇਰਾ ਵਕੀਲਾਂ ਨੂੰ ਦੇਣ ਦਾ ਖਰਚਾ ਆ ਗਿਆ। ਮੈਂ ਕਿਹਾ ਵੀ 17 ਮਹੀਨੇ ਬਾਅਦ ਤੈਨੂੰ ਛੱਡ ਕੇ ਦਿੱਤਾ। ਕਹਿੰਦਾ ਵੀ ਉਹਨਾਂ ਨੇ ਫਿਰ ਫੈਸਲਾ ਕੀਤਾ ਵੀ ਜਿੱਦਾਂ ਜਿਊਰੀ ਵਗੈਰਾ ਬੈਠੀ ਸਾਰਾ ਕੁਛ ਫੈਸਲਾ ਉਹਨਾਂ ਨੇ ਇਹ ਕੀਤਾ ਵੀ ਇਹਦਾ ਟਰੱਕ ਡਰਾਈਵਰ ਦਾ ਕਸੂਰ ਨਹੀਂ ਹੈਗਾ, ਕਸੂਰ ਕਾਰ ਵਾਲੇ ਦਾ ਸੀਗਾ ਵੀ ਉਹਨੇ ਇੱਕਦਮ ਇਹਦੇ ਅੱਗੇ ਲਿਆ ਕੇ ਕਾਰ ਕਰ ਦਿੱਤੀ ਤੇ ਕਾਰ ਇਹਦੇ ਵਿੱਚ ਉਹਦਾ ਕੋਈ ਕੰਟਰੋਲ ਨਹੀਂ ਹੋਣਾ ਸੀ। ਟਰੱਕ ਵੱਡਾ ਤੇ ਉਹਨੇ ਵੱਜਣਾ ਹੀ ਇਸ ਲਈ ਤੇ ਤਾਂ ਕਰਕੇ ਉਹਨਾਂ ਨੇ ਮੈਨੂੰ ਕਹਿੰਦਾ ਮੇਰੇ ਫਿਰ ਬਾਅਦ ਦੇ ਵਿੱਚ ਹੱਥ 'ਚ ਫੈਸਲਾ ਕੀਤਾ ਵੀ ਹਾਂ ਵੀ ਇਹਨੂੰ ਛੱਡ ਦੋ, ਰਿਲੀਜ਼ ਕਰ ਦੋ। ਉਹਨਾਂ ਨੇ ਕਹਿੰਦਾ ਰਿਲੀਜ਼ ਕਰਤਾ ਵੀ ਜੋ ਮੇਰਾ ਲਾਇਸੈਂਸ ਵਗੈਰਾ ਸਸਪੈਂਡ ਸਾਰਾ ਬਹਾਲ ਕਰਵਾਤਾ ਹੈ ਨਾ। ਤੇ ਉਸ ਤੋਂ ਬਾਅਦ ਕਹਿੰਦਾ ਫਿਰ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਮੁੰਡਾ ਹੁਣ ਇੱਕ ਜਿੰਨੀ ਗੱਲ ਕਰਦਾ ਸੀ ਕੈਮਰੇ ਦੇ ਰਿਲੇਟਡ ਗੱਲ ਕਰਨ ਡਿਆ ਸੀਗਾ ਵੀ ਟਰੱਕ ਦੇ ਵਿੱਚ ਕੈਮਰਾ ਆਪਣਾ ਜ਼ਰੂਰ ਲਵਾਓ। ਹਾਲਾਂਕਿ ਕਹਿੰਦਾ ਮੈਂ ਐਕਸਪਲੇਨ ਪੂਰਾ ਕੀਤਾ ਵੀ ਆਹ ਸਿਚੁਏਸ਼ਨ ਹੈਗੀ। ਕਹਿੰਦਾ ਮੇਰੀ ਕਿਸੇ ਨੇ ਨਹੀਂ ਸੁਣੀ। ਕਹਿੰਦਾ ਮੈਂ ਕਿਹਾ ਹੁਣ ਤੂੰ ਕੈਮਰਾ ਲਵਾਇਆ। ਕਹਿੰਦਾ ਹੁਣ ਤਾਂ ਮੈਂ ਲਾਇਆ ਪਰ ਕਾਲ ਕਰਨ ਦਾ ਮਕਸਦ ਇਹ ਆ ਵੀ ਆਪਣੇ ਕੈਮਰੇ ਲਾਓ ਟਰੱਕਾਂ ਦੇ ਵਿੱਚ। ਇਨ ਕੇਸ ਤੁਹਾਨੂੰ ਕੋਈ ਬਹੁਤਾ ਜਦੋਂ ਜਦ ਕਰਨ ਵਿੱਚ ਤੁਹਾਡੀ ਬਹੁਤ ਮਦਦ ਕਰਦੇ ਆ। ਜੇ ਤੁਹਾਨੂੰ ਕੋਈ ਗੱਲ ਆ ਤੁਸੀਂ ਆਪਣੇ ਨੂੰ ਪ੍ਰੋਟੈਕਟ ਕਰ ਸਕਦੇ ਆ ਵੀ ਹਾਂ ਦੇਖੋ ਤੁਹਾਡੇ ਸਾਹਮਣੇ ਕਿੱਦਾਂ ਕਾਰ ਲੈ ਕੇ ਆਇਆ ਤੇ ਓਬਵੀਅਸਲੀ ਤੁਹਾਨੂੰ ਫਿਰ ਤੁਹਾਡੇ 'ਤੇ ਕੋਈ ਐਕਸ਼ਨ ਨਹੀਂ ਲੈਂਦਾ ਜਾਂ ਤੁਸੀਂ ਇੱਦਾਂ ਦੇ ਮਾੜੇ ਸਮੇਂ ਵਿੱਚ ਜਾਂ ਜੇਲ੍ਹਾਂ 'ਚ ਜਾ ਕੇ ਆਪਣਾ ਟਾਈਮ ਤੁਹਾਨੂੰ ਖਰਾਬ ਨਹੀਂ ਹੋਊਗਾ। ਇਵਨ ਤੁਹਾਨੂੰ ਰਿਲੀਜ਼ ਵੀ ਕਰ ਦਿੱਤਾ ਬਟ ਉਹਦੇ 17 ਮਹੀਨੇ ਦਾ ਖਰਾਬ ਹੋ ਗਿਆ ਨਾ ਜੇਲ੍ਹ ਦੇ ਵਿੱਚ। ਤੇ ਇਸ ਚੀਜ਼ ਦੇ ਵਿੱਚ ਇਹ ਵੀ ਕੈਮਰੇ ਜ਼ਰੂਰ ਲਵਾਓ। ਫਰੰਟ 'ਤੇ ਵੀ ਕੈਮਰਾ ਲਾਓ। ਕਈਆਂ ਕੈਮਰੇ ਟਰੱਕਾਂ ਦੇ ਜਿੱਦਾਂ ਕੈਮਰੇ ਸਾਈਡਾਂ 'ਤੇ ਵੀ ਮੈਂ ਦੇਖੇ ਹੈਗੇ ਮਿਰਰ ਹੁੰਦੇ ਨਾ ਸਾਈਡ ਮਿਰਰ ਉਹਨਾਂ ਦੇ ਵੀ ਲੱਗੇ ਹੁੰਦੇ। ਪਿੱਛੋਂ ਤੁਹਾਡੀ ਲੇਨ ਨੂੰ ਕੱਟ ਕੇ ਤੁਹਾਡੇ ਵਾਲੇ ਸਾਈਡ ਨੂੰ ਕਰਕੇ ਮਾਰ ਗਿਆ ਤੇ ਤੁਹਾਨੂੰ ਇਹ ਉੱਥੋਂ ਵੀ ਪ੍ਰੋਟੈਕਟ ਹੋਏ ਨੇ। ਬਾਕੀ ਮਿਹਰਬਾਨੀ। ਬਾਕੀ ਠੀਕ ਹੈ, ਵਧੀਆ ਪ੍ਰੋਗਰਾਮ ਚੱਲ ਰਿਹਾ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਆਪਣੇ ਜਿਮੀ ਸਿੰਘ ਉਹਨਾਂ ਦਾ ਕੁਐਸਚਨ ਹੈ ਕਿ ਉਹ ਡਰਾਈਵ ਕਰਦੇ ਆ ਟਰੱਕ ਤੇ 1 ਸਾਲ ਹੋਇਆ ਮੇਰੇ ਖਿਆਲ ਉਹਨੂੰ ਸ਼ਾਇਦ ਲਿਖਿਆ ਉਹਨਾਂ ਨੇ ਤੇ ਡਰਾਈਵ ਕਰਦੇ ਪਰ ਨਹੀਂ ਸਾਲ ਨਹੀਂ ਲਿਖਿਆ ਪਰ ਉਹ ਸਵਾਲ ਲਿਖਿਆ ਵੀ ਇੱਕ ਸਵਾਲ ਆ ਤੇ ਹਾਂਜੀ ਟਰੱਕ ਲੈਣਾ ਜ਼ਰੂਰੀ ਆ। ਟਰੱਕ ਲੈਣ ਦਾ ਗੁੱਡ ਟਾਈਮ ਹੈਗਾ। ਮੈਂ ਰਿਕਮੈਂਡ ਨਹੀਂ ਕਰੂੰਗਾ ਇਸ ਵੇਲੇ ਤੁਸੀਂ ਜੇ ਡਰਾਈਵ ਕਰਦੇ ਹੈਗੇ ਤਾਂ ਕੀਪ ਔਨ ਡਰਾਈਵਿੰਗ ਕਿਉਂਕਿ ਇਸ ਵੇਲੇ ਸਹੀ ਸਮਾਂ ਨਹੀਂ ਹੈਗਾ ਟਰੱਕ ਲੈਣ ਦਾ ਜਾਂ ਸਹੀ ਸਮਾਂ ਨਹੀਂ ਹੈਗਾ ਤੁਹਾਡਾ ਇਸ ਵੇਲੇ ਟਰੱਕਿੰਗ ਦੇ ਵਿੱਚ ਐਜ਼ ਦਾ ਓਨਰ ਬਿਠਾਉਣ ਦਾ। ਉਸ ਤੋਂ ਅਗਲਾ ਸਵਾਲ ਜਿਹੜਾ ਹੈਗਾ ਨਵਦੀਪ ਹੋਣਾ ਦਾ ਹੈਗਾ ਕਿ ਫੋਨ ਦੇ ਨਾਲ ਪਰਸਨਲ ਫੋਨ ਨਾਲ ਟਰੈਕਿੰਗ ਨਹੀਂ ਕਰ ਸਕਦੇ। ਟਰੈਕਿੰਗ ਤਾਂ ਹਰ ਥਾਂ 'ਤੇ ਹੈਗੀ ਆ ਹੁਣ ਇਸ ਵੇਲੇ। ਸੋ ਇਹਦੇ ਵਿੱਚ ਆਪਾਂ ਜੇ ਚਲੇ ਗਏ ਤੇ ਬਹੁਤ ਡੀਪ ਵਿਸ਼ਾ ਹੈਗਾ ਤੇ ਮੇਰੇ ਖਿਆਲ 'ਚ ਸਾਰੇ ਆਪਣੇ ਕਈ ਪ੍ਰੋਗਰਾਮ ਲੰਘ ਜਾਣਗੇ ਇਹਦੇ 'ਤੇ। ਟਰੈਕਿੰਗ ਕੋਈ ਨਵੀਂ ਨਹੀਂ ਹੈਗੀ, ਟਰੈਕਿੰਗ ਚੱਲ ਰਹੀ ਹੈਗੀ ਬੜੇ ਦੇਰ ਦੀ। ਟਰੈਕਿੰਗ ਜਿਹੜੀ ਆ ਅੱਗੇ ਦਵਿੰਦਰ ਸਿੰਘ ਹੁਣੀ ਕਹਿੰਦੇ ਈ-ਲੌਗ ਟਰੈਕਿੰਗ ਸਾਰਾ ਬਿਲਕੁਲ ਠੀਕ ਆ। ਈ-ਲੌਗ ਟਰੈਕਿੰਗ ਆ ਰਮਨਦੀਪ ਸਿੰਘ ਹੁਣੀ ਕਹਿੰਦੇ ਆ ਵੀ ਆਪਣਾ ਉਹ ਡੈਸ਼ ਕੈਮ ਜ਼ਰੂਰੀ ਹੋਣਾ ਚਾਹੀਦਾ। ਗੈਟ ਅ ਲਾਈਫ ਇੰਸ਼ੋਰੈਂਸ ਡੈਫੀਨੇਟਲੀ ਚੰਗੀ ਗੱਲ ਆ। ਸਾਰੇ ਜਿਹੜੇ ਸੁਝਾਅ ਚੰਗੇ ਹੈਗੇ ਆ।
ਸੋ ਗੱਲ ਦੀ ਗੱਲ ਇਹ ਆ ਜੀ, ਟਰੈਕਿੰਗ ਜਿਹੜੀ ਹੈਗੀ ਆ, ਜਦੋਂ ਤੁਸੀਂ ਕੰਮ ਕਰਦੇ ਹੈਗੇ ਬਿਜ਼ਨਸ ਦੇ ਵਿੱਚ ਇਸ 'ਚ ਆਉਣੇ ਹੈਗੇ ਆ, ਜੀ ਤੇ ਜਿਹੜਾ ਤੁਹਾਡੀ ਟਰੈਕਿੰਗ ਹੈਗੀ ਆ ਉਹ ਇੱਕ ਬੇਸਿਕ ਰਿਕੁਆਇਰਮੈਂਟ ਬਣ ਗਈ ਹੈਗੀ ਆ ਤੁਹਾਡੇ ਟਰੈਕਿੰਗ ਵਿੱਚ। ਉਸ ਤੋਂ ਬਿਨਾਂ ਜਿਹੜਾ ਆ ਕੁਝ ਵੀ ਪੋਸੀਬਲ ਨਹੀਂ ਹੈਗਾ ਜਾਂ ਚੱਲਦਾ ਨਹੀਂਗਾ। ਨਹੀਂ ਇਹ ਤਾਂ ਹੈ ਹੀ ਆ ਜੀ। ਸੋ ਡੈਸ਼ ਕੈਮ, ਲਾਈਫ ਇੰਸ਼ੋਰੈਂਸ, ਆਪਣੀ ਸੇਫਟੀ ਦੇ ਲਈ ਇਹ ਜਿਹੜੀਆਂ ਚੀਜ਼ਾਂ ਆ ਉਹ ਭਾਈ ਜ਼ਰੂਰੀ ਆ, ਉਹ ਰੱਖੋ। ਅਦਰਵਾਈਜ਼ ਕੰਮ ਜਿਹੜਾ ਉਹ ਖਰਾਬ ਹੁੰਦਾ ਆ, ਕਿਉਂਕਿ ਹੁਣ ਜ਼ਮਾਨੇ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਣਾ। ਲਾਈਕ ਤੁਹਾਡੀ ਕਈ ਗੱਲ ਅਤੇ ਮੇਰੀ ਕਈ ਗੱਲ, ਉਹ ਵਰਸਸ ਜਿਹੜੀ ਉਹ ਹੁੰਦੀ ਆ। ਸੋ ਇਹ ਇਸ ਹਿਸਾਬ ਦੇ ਨਾਲ ਇਹ ਜਿਹੜੇ ਆ ਤੁਹਾਡੇ ਪ੍ਰੂਫ ਜਿਹੜੇ ਉਹ ਬਣ ਜਾਂਦੇ ਵੀ ਭਾਈ ਗਲਤੀ ਮੇਰੀ ਨਹੀਂ ਸੀ, ਉਸ ਬੰਦੇ ਦੀ ਸੀ। ਇਵੈਂਚੁਅਲੀ ਇਹਦੇ ਡੈਸ਼ ਕੈਮ ਕਰਕੇ ਉਹ ਜਿਹੜਾ ਬੰਦਾ 17 ਮਹੀਨਿਆਂ ਬਾਅਦ ਬਾਹਰ ਆ ਗਿਆ, ਨਹੀਂ ਤਾਂ ਹੋ ਸਕਦਾ ਵੀ ਸਾਰੀ ਉਮਰ ਉਸ ਨੂੰ ਜਿਹੜਾ ਉਹ ਅੰਦਰ ਰਹਿਣਾ ਪੈਂਦਾ। ਵਹੀਕਲ ਮੈਨਸਲੌਟਰ ਜਾਂ ਹੋਮਿਸਾਈਡ ਜਾਂ ਇੱਦਾਂ ਦੀ ਕੋਈ ਚੀਜ਼ ਦਾ ਵੀ ਜਿਹੜਾ ਉਸ ਨੂੰ ਸਾਹਮਣਾ ਕਰਨਾ ਜਿਹੜਾ ਉਹ ਪੈ ਸਕਦਾ। ਜੀ ਬਿਲਕੁਲ ਰਾਜਕਨਵੀਰ ਸਿੰਘ ਜੀ, ਜਾਂਦੇ ਜਾਂਦੇ ਆਪਾਂ ਇੱਕ ਖਬਰ ਜ਼ਰੂਰ ਸਾਂਝੀ ਕਰਨੀ ਆ ਵੀ ਜਿਸ ਤਰ੍ਹਾਂ ਆਪਾਂ ਹਮੇਸ਼ਾ ਕਰਦੇ ਰਹਿੰਦੇ ਆ ਵੀ ਟਰੱਕਿੰਗ ਇੰਡਸਟਰੀ 'ਚ ਕੁਛ ਗੰਦੇ ਆਂਡੇ ਹੈਗੇ ਆ, ਉਹ ਪੂਰੀ ਟਰੱਕਿੰਗ ਇੰਡਸਟਰੀ ਨੂੰ ਬਦਨਾਮ ਕਰਦੇ ਆ। ਇਕੱਲਾ ਟਰੱਕਿੰਗ ਇੰਡਸਟਰੀ ਨੂੰ ਨਹੀਂ ਕਰਦੇ, ਪੂਰੀ ਪੰਜਾਬੀ ਕੌਮ ਨੂੰ, ਸਿੱਖ ਕੌਮ ਨੂੰ ਬਦਨਾਮ ਕਰਦੇ ਆ। ਇੱਕ ਵਾਰੀ ਫਿਰ ਬਰੈਂਪਟਨ ਦੇ 2 ਟਰੱਕਰਜ਼ $6 ਮਿਲੀਅਨ ਦੀ ਕੋਕੇਨ ਨਗਾਉਂਦੇ ਫੜੇ ਗਏ ਆ। ਸਾਰਨੀਆ ਬਾਰਡਰ ਜੋ ਮਿਸ਼ੀਗਨ ਵਾਲੀ ਸਾਈਡ ਦੇ ਉੱਤੇ ਹੈਗਾ ਆ, ਕਹਿੰਦੇ ਵੀ ਬਲੂ ਵਾਟਰ ਬ੍ਰਿਜ ਆ, ਉੱਥੇ ਦਸੰਬਰ ਮਹੀਨੇ ਦੇ ਵਿੱਚ, ਦਸੰਬਰ 11 ਨੂੰ ਇੰਟਰਨੈਸ਼ਨਲ ਕ੍ਰਾਸਿੰਗ 'ਤੇ ਜਦੋਂ ਉੱਥੇ ਕਸਟਮਸ ਵਾਲੇ ਸੀ, RCMP ਵਾਲੇ ਸੀ, ਉਹਨਾਂ ਨੂੰ ਸ਼ੱਕ ਪਈ, ਉਹਨਾਂ ਨੇ ਸੈਕਿੰਡ ਇੰਸਪੈਕਸ਼ਨ ਕੀਤੀ ਅਤੇ ਉਹਦੇ ਵਿੱਚੋਂ 89 ਬ੍ਰਿਕਸ ਜਿਹਦੇ ਵਿੱਚ ਕੋਕੇਨ ਅਤੇ ਹੈਰੋਇਨ ਸੀ, ਉਹ ਉਹਨਾਂ ਨੇ ਬਰਾਮਦ ਕੀਤੀ ਅਤੇ ਹੁਣ ਉਹਨਾਂ ਨੂੰ ਚਾਰਜ ਕੀਤਾ ਗਿਆ। ਦੋਨਾਂ ਦੇ ਨਾਮ, ਇੱਕ ਬਿਕਰਮ ਦੱਤਾ ਆ 44 ਸਾਲਾਂ ਦੇ ਅਤੇ ਦੂਸਰਾ ਗੁਰਿੰਦਰ ਸਿੰਘ ਆ 61 ਸਾਲਾਂ ਦੇ, ਦੋਨੋਂ ਹੀ ਬਰੈਂਪਟਨ ਤੋਂ ਹੈਗੇ ਆ। ਸੋ ਇਹ ਕਹਿੰਦੇ ਵੀ $6 ਮਿਲੀਅਨ ਵਰਥ ਦੀ ਕੋਕੇਨ ਅਤੇ ਹੈਰੋਇਨ ਸੀਗੀ। ਪਿਛਲੇ ਸਾਲ 2000 ਕੁਇੰਟਲ ਕੋਕੇਨ ਸੀਗੀ, ਕੁਇੰਟਲ ਤੁਸੀਂ ਲਾ ਲਓ। ਸੋ 2022 ਦੇ ਵਿੱਚ 6 ਜੋ ਡਰੱਗ ਨਿਗਾਉਂਦੇ ਫੜੇ ਗਏ ਆ ਵੱਡੇ, ਅਤੇ 6 ਦੇ ਵਿੱਚੋਂ 5 ਜਣੇ ਟਰੱਕਰਸ ਦੇ ਥਰੂ ਸੀ। ਸੋ ਇਹ ਬਹੁਤ ਹੀ ਮਾੜੀ ਗੱਲ ਆ। ਆਪਣੇ ਹਟਦੇ ਨਹੀਂ। ਸੋ ਜਿਹੜੇ ਦਸਾਂ ਨਹੁੰਾਂ ਦੀ ਕਮਾਈ ਕਰਦੇ ਆ, ਉਹਨਾਂ ਦਾ ਨਾਮ ਵੀ ਬਦਨਾਮ ਹੁੰਦਾ ਵੀ ਖਰੇ ਇਹ ਸਾਰੇ ਇੱਦਾਂ ਹੀ ਕੰਮ ਕਰਦੇ ਆ, ਅਤੇ ਦੂਸਰਾ ਆਪਣੀ ਕੌਮ ਦਾ ਵੀ ਪੂਰਾ ਨਾਮ ਬਦਨਾਮ ਹੁੰਦਾ। ਸੋ ਇਹ ਖਬਰ ਇੱਦਾਂ ਦੀ ਸ਼ੇਅਰ ਜ਼ਰੂਰ ਕਰਿਆ ਕਰੋ। ਹਾਲਾਂਕਿ ਸਾਨੂੰ ਰੇਡੀਓ 'ਤੇ ਫਿਰ ਬਹੁਤ ਕਾਲਾਂ ਕਰਦੇ, ਭਾਈ ਤੁਸੀਂ ਇਹ ਨਾ ਕਰੋ ਖਬਰ, ਪੰਜਾਬੀਆਂ ਦੀ ਬਦਨਾਮੀ ਹੁੰਦੀ ਆ। ਅਤੇ ਜਦੋਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਬਦਨਾਮੀ ਹੁੰਦੀ ਆ ਤਾਂ ਉਹ ਸਾਰੀ ਕੌਮ ਦੀ ਬਦਨਾਮੀ ਹੁੰਦੀ ਆ। ਠੀਕ ਹੈ ਕਿ ਨਹੀਂ? ਸੋ ਇਹ ਸਾਡੀ ਖਬਰ ਸ਼ੇਅਰ ਕਰਨਾ ਬਣਦੀ ਆ ਅਤੇ ਅਸੀਂ ਹਮੇਸ਼ਾ ਕਰਦੇ ਵੀ ਹੈਗੇ ਹਾਂ। ਜੀ, ਅਤੇ ਬਹੁਤ ਬਹੁਤ ਸ਼ੁਕਰੀਆ। ਸਮਾਂ ਜਿਹੜਾ ਉਹ ਦੌੜ ਗਿਆ, ਭੱਜ ਗਿਆ ਗੱਲਾਂ ਬਾਤਾਂ ਦੇ ਵਿੱਚ। ਮਸਲਾ ਤਾਂ ਜਿਹੜਾ ਉਹ ਡਰੱਗ ਦਾ, ਰਮਨ ਜੀ, ਉਹ ਵੀ ਜਿਹੜਾ ਨਾਲ ਨਾਲ ਚੱਲ ਰਿਹਾ। ਮੇ ਵੀ ਆਪਾਂ ਨੈਕਸਟ ਟੋਪਿਕ ਦੇ ਵਿੱਚ ਆਉਣ ਵਾਲੇ ਸਮੇਂ 'ਚ ਇਸ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਦੇ ਹਾਂ ਵੀ ਸਥਿਤੀ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਹੈਗੀ ਆ। ਜਾਂਦੇ ਜਾਂਦੇ ਆਪਾਂ ਉਹ ਗੱਲ ਜ਼ਰੂਰ ਸਾਂਝੀ ਕਰਦੇ ਹਾਂਗੇ ਕਿ ਜਿਹੜਾ ਇਸ ਵੇਲੇ ਮੈਰੀਜੁਆਨਾ ਹੈਗਾ, ਉਹ ਅਲਾਰਮਿੰਗ ਰੇਟ ਦੇ ਨਾਲ ਗਰੋ ਹੋ ਰਿਹਾ ਹੈਗਾ ਟਰੱਕਿੰਗ ਦੇ ਵਿੱਚ। ਜਿਹੜਾ ਆ ਕਿ ਜਿਹੜੇ ਡਰਾਈਵਰਸ ਹੈਗੇ ਉਹ ਪੋਜ਼ੀਟਿਵ ਆ ਰਹੇ ਆ ਮੈਰੀਜੁਆਨਾ ਦੇ ਵਿੱਚ। ਨੀਅਰਲੀ 41,000 ਟਰੱਕ ਡਰਾਈਵਰਸ ਟੈਸਟਿਡ ਪੋਜ਼ੀਟਿਵ ਫॉर marijuana in 2022। 32% ਇਨਕਰੀਜ਼ ਹੈਗੀ ਆ ਪਿਛਲੇ ਸਾਲ ਤੋਂ, 2021 ਤੋਂ। ਸੋ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਹੈਗਾ, ਬਹੁਤ ਵੱਡਾ ਹੈਗਾ। ਇਹ ਛੋਟਾ ਨੰਬਰ ਨਹੀਂ ਹੈਗਾ। ਅਤੇ ਇਹਦੇ 'ਚ ਇੱਕ ਹੋਰ ਜਿਹੜੀ ਰਿਪੋਰਟ ਆਈ ਹੈਗੀ ਆ, ਉਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ ਕਿ 1 ਲੱਖ ਤੋਂ ਵੱਧ ਜਿਹੜੇ ਡਰਾਈਵਰ ਪੋਜ਼ੀਟਿਵ ਹੋਏ ਸੀ marijuana ਦੇ ਲਈ ਸਿੰਸ ਕਲੀਅਰਿੰਗ ਹਾਊਸ ਖੁੱਲ੍ਹਾ ਜਨਵਰੀ 6, 2020 ਤੋਂ, ਉਦੋਂ ਤੋਂ ਲੈ ਕੇ 1 ਲੱਖ ਡਰਾਈਵਰ ਜਿਹੜਾ ਪੋਜ਼ੀਟਿਵ ਆਇਆ ਸੀਗਾ, ਉਹ ਵਾਪਸ ਰਿਟਰਨ ਟੂ ਡਿਊਟੀ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਵਾਪਸ ਮਤਲਬ ਕਿ ਟਰੱਕ ਚਲਾਉਣ ਦੇ ਲਈ ਨਹੀਂ ਆਇਆ। ਸੋ ਇਹਦਾ ਮਤਲਬ ਕਹਿਣ ਦਾ ਕਿ ਉਹ ਲੱਖ ਬੰਦੇ ਜਿਹੜੇ ਟਰੱਕ ਡਰਾਈਵਰ ਸੀਗੇ ਉਹ ਆਊਟ ਆਫ ਸਰਵਿਸ ਹੋ ਗਏ, ਆਊਟ ਆਫ ਲੱਖ ਜਿਹੜੇ ਆ। ਹਾਂਜੀ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਬੜੀ ਇਸ ਵੇਲੇ ਅਲਾਰਮਿੰਗ ਰੇਟ ਦੇ ਨਾਲ ਆ ਰਹੀ ਆ। ਜਿਹੜੇ 4 ਡਰੱਗਸ ਹੈਗੇ ਆ ਮੇਨ, ਜਿਹੜੇ ਆ ਕੋਕੇਨ, ਮੈਥੈਨਫੈਟਾਮੀਨ, ਐਂਫੀਟਾਮੀਨ ਐਂਡ ਸੈਕਿੰਡ ਐਂਡ ਥਰਡ ਐਂਡ ਫੋਰਥ ਰਿਸਪੈਕਟਿਵਲੀ, ਜਿਹੜੇ 4 ਡਰੱਗ ਹੈਗੇ ਆ, ਇਹ ਟੌਪ ਡਰੱਗ ਹੈਗੇ। 90% ਜਿਹੜੇ ਆ ਉਹ ਪੋਜ਼ੀਟਿਵ 'ਚ ਆਏ। ਜਿਹੜੇ 1,77,376 ਜਿਹੜੇ ਟੈਸਟ ਹੈਗੇ ਆ ਇੰਨੀ ਟਾਈਮ ਦੇ ਵਿੱਚ ਇਹ ਪੋਜ਼ੀਟਿਵ ਆਏ ਹੈਗੇ ਇਹਨਾਂ 4 ਡਰੱਗ ਦੇ ਲਈ। ਸੋ ਕਾਫੀ ਅਨਫੋਰਚੂਨੇਟ ਹੈਗੀ ਆ ਕਿ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ, ਪਰ ਡੈਫੀਨੇਟਲੀ ਜਿਹੜੀ ਮੈਂ ਕਹੂੰਗਾ ਕਿ ਜਿਹੜੀ ਵੀ ਆਪਣੀ ਕਮਿਊਨਿਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਲਈ ਖਾਸ ਕਰਕੇ, ਕਿ ਜੇ ਤੁਸੀਂ ਇੱਦਾਂ ਦਾ ਕੋਈ ਵੀ ਸਬਸਟੈਂਸ ਅਬਿਊਜ਼ ਕਰਦੇ ਹੈਗੇ ਆ, ਯੂਜ਼ ਕਰਦੇ ਹੈਗੇ ਆ,
ਤੇ ਹੁਣ ਜਿਹੜਾ ਸਿਸਟਮ ਹੈਗਾ ਡਰੱਗ ਟੈਸਟਿੰਗ ਦਾ ਤੇ ਡਰੱਗ ਜਿਹੜੀ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦਾ, ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈਗਾ ਆ। ਆਉਣ ਵਾਲੇ ਸਮੇਂ 'ਚ ਹੋਰ ਵੀ ਸਟ੍ਰਿਕਟ ਹੋਣ ਜਾ ਰਿਹਾ ਹੈਗਾ। ਸੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਸਪੈਸੀਫਿਕ ਸਬਸਟੈਂਸ ਯੂਜ਼ ਕਰਦੇ ਆ ਤੇ ਪਲੀਜ਼ ਧਿਆਨ ਦੇ ਨਾਲ, ਜੇ ਤੁਸੀਂ ਯੂਜ਼ ਕਰਨਾ ਹੀ ਆ ਤਾਂ ਫਿਰ ਨਾ ਹੀ ਚਲਾਓ ਭਾਈ, ਧਿਆਨ ਦੇ ਨਾਲ ਕੀ ਰਮਨ ਜੀ, ਨਾ ਚਲਾਓ, ਸਾਡੀ ਜਾਨ ਵੀ ਬਖਸ਼ੋ ਭਾਈ। ਸਹੀ ਗੱਲ ਆ। ਤੇ ਮਿਹਰਬਾਨੀ ਰਮਨ ਜੀ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ, ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ